ਹੈਲੋ ਫਰੈਂਡਸ, मैं ਕਰਮ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਪੰਜਾਬ ਐਜੂਕੇਸ਼ਨ ਚੈਨਲ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਤੁਗਲਕ ਵੰਸ਼ ਨੂੰ, ਜਿਸ ਦਾ ਸਮਾਂ ਸੀ ਜੀ 1325 ਤੋਂ ਲੈ ਕੇ 1414 ਈਸਵੀ ਤੱਕ ਦਾ। ਜੋ ਇਹ ਤੁਗਲਕ ਵੰਸ਼ ਹੈ ਜੀ, ਇਹ ਦਿੱਲੀ ਸਲਤਨਤ ਕਾਲ ਦੇ ਅੰਡਰ ਆਉਂਦਾ ਹੈ। ਦਿੱਲੀ ਸਲਤਨਤ ਕਾਲ ਦੇ ਵਿੱਚ ਜੀ ਟੋਟਲ 5 ਵੰਸ਼ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ 2 ਵੰਸ਼ਾਂ ਨੂੰ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਜਿਸ ਦੇ ਵਿੱਚ ਪਹਿਲਾ ਸੀ ਜੀ ਗੁਲਾਮ ਵੰਸ਼, ਜਾਂ ਜਿਸ ਨੂੰ ਆਪਾਂ ਦਾਸ ਵੰਸ਼ ਕਹਿੰਦੇ ਹਾਂ, ਤੇ ਦੂਸਰਾ ਸੀ ਜੀ ਖਿਲਜੀ ਵੰਸ਼। ਇਸ ਦੀਆਂ ਵੀਡੀਓਜ਼ ਆਲਰੇਡੀ ਆਪਣੇ ਚੈਨਲ ਦੇ ਉੱਪਰ ਅਪਲੋਡ ਨੇ। ਅੱਜ ਆਪਾਂ ਦਿੱਲੀ ਸਲਤਨਤ ਕਾਲ ਦੇ ਜੀ ਤੀਜੇ ਵੰਸ਼ ਨੂੰ ਪੜ੍ਹਨ ਜਾ ਰਹੇ ਹਾਂ, ਜਿਸ ਨੂੰ ਤੁਗਲਕ ਵੰਸ਼ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ, ਜੇਕਰ ਤੁਸੀਂ ਫਸਟ ਟਾਈਮ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣੇ ਜੀ ਸਬਸਕ੍ਰਾਈਬ ਕਰ ਲਓ, ਅਤੇ ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਤੇ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਇਸ ਤੋਂ ਇਲਾਵਾ ਜੀ, ਜੇਕਰ ਤੁਸੀਂ ਮੈਨੂੰ ਮੇਰੇ ਪਰਸਨਲ ਇੰਸਟਾ ID ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਵੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਇਹ ਵੀਡੀਓ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ, ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਜੀ ਆਪਾਂ ਜੋ ਤੁਗਲਕ ਵੰਸ਼ ਹੈ ਇਸ ਦੇ ਬਾਰੇ ਕੁਝ ਇੰਟਰੋ ਜਾਣਾਂਗੇ। ਇਸ ਤੋਂ ਬਾਅਦ ਆਪਾਂ ਜੀ ਗੱਲ ਕਰਾਂਗੇ ਇਸ ਦੇ ਸ਼ਾਸਕਾਂ ਦੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਜੀ ਗਿਆਸੁਦੀਨ ਤੁਗਲਕ, ਜਿਸ ਦਾ ਸ਼ਾਸਨ ਕਰਨ ਦਾ ਸਮਾਂ ਸੀ 1320 ਤੋਂ ਲੈ ਕੇ 1325 ਈਸਵੀ ਤੱਕ। ਇਸ ਤੋਂ ਬਾਅਦ ਸੀ ਜੀ ਮੁਹੰਮਦ ਬਿਨ ਤੁਗਲਕ, ਜਿਸ ਦਾ ਸਮਾਂ ਸੀ 1325 ਤੋਂ ਲੈ ਕੇ 1351 ਈਸਵੀ ਤੱਕ। ਤੀਸਰਾ ਜੋ ਮੁੱਖ ਸ਼ਾਸਕ ਹੈ ਜੀ, ਇਸ ਦਾ ਨਾਮ ਹੈ ਫਿਰੋਜ਼ ਸ਼ਾਹ ਤੁਗਲਕ, ਅਤੇ ਇਸ ਦਾ ਸਮਾਂ ਸੀ ਜੀ 1351 ਤੋਂ ਲੈ ਕੇ 1387 ਈਸਵੀ ਤੱਕ ਦਾ। ਅਤੇ ਤੁਗਲਕ ਵੰਸ਼ ਦੇ ਜੋ ਇਹ ਪਹਿਲੇ 3 ਸ਼ਾਸਕ ਹੈ ਜੀ, ਇਹੀ ਮੁੱਖ ਸ਼ਾਸਕ ਨੇ ਇਸ ਵੰਸ਼ ਦੇ, ਜਿਨ੍ਹਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਨਾ ਹੈ ਤੇ ਜਿਨ੍ਹਾਂ ਦੇ ਬਾਰੇ ਆਪਣੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਨੇ। ਇਸ ਵੰਸ਼ ਦਾ ਜੋ ਆਖਰੀ ਸ਼ਾਸਕ ਹੈ ਜੀ, ਉਸ ਦਾ ਨਾਮ ਸੀ ਮਹਿਮੂਦ ਤੁਗਲਕ। ਮਹਿਮੂਦ ਤੁਗਲਕ ਦੇ ਬਾਰੇ ਜੀ ਆਪਾਂ ਨੂੰ ਕੁਝ ਜ਼ਿਆਦਾ ਡਿਟੇਲ ਨਹੀਂ ਆ ਜਾਂਦੀ, ਇਸ ਦਾ ਤਾਂ ਸਿਰਫ ਆਪਣੇ ਤੋਂ ਨਾਮ ਹੀ ਪੁੱਛਿਆ ਜਾਂਦਾ ਹੈ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਕਿ ਤੁਗਲਕ ਵੰਸ਼ ਦਾ ਅੰਤ ਕਿਸ ਤਰ੍ਹਾਂ ਹੋਇਆ। ਨਾਲ ਜੋ ਤੁਸੀਂ ਇਹ ਮੈਪ ਦੇਖ ਰਹੇ ਹੋ ਜੀ, ਇਸ ਦੇ ਵਿੱਚ ਜੋ ਇਹ ਸੀ ਗ੍ਰੀਨ ਏਰੀਆ ਦਿਖਾਇਆ ਗਿਆ ਹੈ, ਇਹ ਸਾਰਾ ਤੁਗਲਕ ਵੰਸ਼ ਦੇ ਅੰਡਰ ਆ ਜਾਂਦਾ ਸੀ, ਜਿਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਅਤੇ ਪੂਰਬ ਤੋਂ ਲੈ ਕੇ ਪੱਛਮੀ ਭਾਰਤ ਤੱਕ ਵੀ ਜੋ ਇਹ ਤੁਗਲਕ ਵੰਸ਼ ਹੈ ਜੀ, ਇਸ ਦਾ ਸਾਮਰਾਜ ਫੈਲਿਆ ਹੋਇਆ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਗਿਆਸੁਦੀਨ ਤੁਗਲਕ ਦੀ, ਜਿਸ ਨੂੰ ਇਸ ਵੰਸ਼ ਦਾ ਸੰਸਥਾਪਕ ਜਾਂ ਪਹਿਲਾ ਸ਼ਾਸਕ ਕਿਹਾ ਜਾਂਦਾ ਹੈ। ਇਸ ਦਾ ਸਮਾਂ ਸੀ ਜੀ 1320 ਤੋਂ ਲੈ ਕੇ 1325 ਈਸਵੀ ਤੱਕ ਦਾ। ਲਗਭਗ 5 ਸਾਲ ਦੀ ਇਸ ਨੇ ਸ਼ਾਸਨ ਚਲਾਇਆ ਸੀ। ਜੋ ਗਿਆਸੁਦੀਨ ਤੁਗਲਕ ਹੈ ਜੀ, ਇਸ ਨੂੰ ਗਿਆਸੁਦੀਨ ਤੁਗਲਕ ਤੋਂ ਪਹਿਲਾਂ ਗਾਜ਼ੀ ਮਲਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਕਈ ਵਾਰ ਪ੍ਰਸ਼ਨ ਆ ਜਾਂਦਾ ਹੈ ਜੀ ਕਿ ਗਿਆਸੁਦੀਨ ਤੁਗਲਕ ਦਾ ਜਦੋਂ ਪਹਿਲਾਂ ਵਾਲਾ ਨਾਮ ਸੀ ਉਹ ਕੀ ਸੀ, ਤਾਂ ਉਹ ਸੀ ਜੀ ਗਾਜ਼ੀ ਮਲਕ। ਇਹ ਜ਼ਰੂਰ ਯਾਦ ਰੱਖੋ। ਜੋ ਗਿਆਸੁਦੀਨ ਤੁਗਲਕ ਹੈ ਜੀ, 8 ਸਤੰਬਰ 1320 ਈਸਵੀ ਨੂੰ ਇਹ ਦਿੱਲੀ ਦੀ ਗੱਦੀ ਤੇ ਬੈਠਿਆ ਸੀ, ਯਾਨੀ ਕਿ ਇਸ ਨੇ ਤੁਗਲਕ ਵੰਸ਼ ਦੀ ਸ਼ੁਰੂਆਤ 8 ਸਤੰਬਰ 1320 ਈਸਵੀ ਨੂੰ ਕੀਤੀ ਸੀ। ਦਿੱਲੀ ਦਾ ਸ਼ਾਸਕ ਬਣਨ ਤੋਂ ਪਹਿਲਾਂ ਜੀ ਜੋ ਗਿਆਸੁਦੀਨ ਤੁਗਲਕ ਸੀ, ਇਹ ਕੁਤਬੁਦੀਨ ਮੁਬਾਰਕ ਖਿਲਜੀ ਦੇ ਸਮੇਂ ਦੇ ਵਿੱਚ, ਕੁਤਬੁਦੀਨ ਮੁਬਾਰਕ ਖਿਲਜੀ ਦੀ ਜੋ ਇਹ ਖਿਲਜੀ ਵੰਸ਼ ਦਾ ਆਖਰੀ ਸ਼ਾਸਕ ਸੀ, ਉਸ ਦੇ ਸਮੇਂ ਵਿੱਚ ਇਹ ਜੋ ਗਿਆਸੁਦੀਨ ਤੁਗਲਕ ਸੀ, ਇਹ ਉੱਤਰੀ ਪੱਛਮੀ ਸੀਮਾ ਦਾ ਇੱਕ ਸ਼ਕਤੀਸ਼ਾਲੀ ਗਵਰਨਰ ਸੀ, ਯਾਨੀ ਕਿ ਉਸ ਸਮੇਂ ਗਵਰਨਰ ਦੀ ਪੋਸਟ ਦੇ ਉੱਪਰ ਕੰਮ ਕਰਦਾ ਸੀ। ਤਾਂ ਜਦੋਂ ਗਿਆਸੁਦੀਨ ਤੁਗਲਕ ਜੀ ਸ਼ਾਸਕ ਬਣ ਜਾਂਦਾ ਹੈ, ਉਹ ਤੁਗਲਕ ਵੰਸ਼ ਦੀ ਸ਼ੁਰੂਆਤ ਕਰ ਦਿੰਦਾ ਹੈ, ਤਾਂ ਉਸ ਤੋਂ ਬਾਅਦ ਜੀ ਉਸ ਦੇ ਸ਼ਾਸਨ ਦੇ ਸਮੇਂ ਵਿੱਚ, ਯਾਨੀ ਕਿ ਉਸ ਦੇ 5 ਸਾਲ ਦੇ ਸ਼ਾਸਨ ਦੇ ਸਮੇਂ ਵਿੱਚ ਮੰਗੋਲਾਂ ਨੇ ਜੀ ਭਾਰਤ ਦੇ ਉੱਪਰ 29 ਵਾਰ ਹਮਲਾ ਕੀਤਾ। ਇੱਥੇ ਕਈ ਪ੍ਰਸ਼ਨ ਵੀ ਬਣ ਜਾਂਦਾ ਹੈ ਜੀ ਕਿ ਮੰਗੋਲਾਂ ਨੇ ਕਿਸ ਸ਼ਾਸਕ ਦੇ ਸਮੇਂ ਸਭ ਤੋਂ ਵੱਧ ਵਾਰ ਭਾਰਤ ਤੇ ਹਮਲਾ ਕੀਤਾ, ਤਾਂ ਇਹ ਕੀਤਾ ਗਿਆ ਸੀ ਜੀ ਗਿਆਸੁਦੀਨ ਤੁਗਲਕ ਦੇ ਸਮੇਂ, ਜੋ ਕਿ 29 ਵਾਰ ਕੀਤਾ ਗਿਆ ਸੀ। ਪਰ ਹਰ ਵਾਰ ਜੋ ਮੰਗੋਲ ਸੀ ਜੀ ਉਹ ਸਫਲ ਰਹੇ, ਕਿਉਂਕਿ ਗਿਆਸੁਦੀਨ ਤੁਗਲਕ ਨੇ ਉਹਨਾਂ ਨੂੰ ਹਰਾ ਦਿੱਤਾ ਸੀ। ਹੁਣ ਆਪਾਂ ਵੇਖਦੇ ਹਾਂ ਜੀ ਗਿਆਸੁਦੀਨ ਤੁਗਲਕ ਦੇ ਸ਼ਾਸਨ ਪ੍ਰਬੰਧ ਨੂੰ। ਗਿਆਸੁਦੀਨ ਤੁਗਲਕ ਨੇ ਜੀ ਲਗਭਗ 5 ਸਾਲ ਸ਼ਾਸਨ ਕੀਤਾ ਸੀ, 1320 ਤੋਂ ਲੈ ਕੇ 1325 ਈਸਵੀ ਤੱਕ। ਇੰਨੇ ਘੱਟ ਸਮੇਂ ਵਿੱਚ ਹੀ ਜੀ ਇਸ ਨੇ ਭਾਰਤ ਦੇ ਬਹੁਤ ਸਾਰੇ ਸਾਮਰਾਜਾਂ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀ। ਇਸ ਨੇ ਜੀ ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਦੇ ਕਾਫੀ ਰਾਜਾਂ ਨੂੰ ਜਿੱਤਿਆ ਤੇ ਉਹਨਾਂ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾਇਆ। ਉਸ ਨੇ ਜੀ ਆਪਣੇ ਸ਼ਾਸਨ ਕਾਲ ਵਿੱਚ 29 ਵਾਰ ਮੰਗੋਲਾਂ ਨੂੰ ਹਰਾਇਆ ਸੀ। ਇਸ ਤੋਂ ਹੀ ਆਪਾਂ ਨੂੰ ਪਤਾ ਲੱਗ ਸਕਦਾ ਕਿ ਉਹ ਕਿੰਨਾ ਇੱਕ ਵਧੀਆ ਸ਼ਾਸਕ ਸੀ, ਜਿਸ ਨੇ ਆਪਣੇ ਸਾਮਰਾਜ ਨੂੰ ਬਚਾਇਆ ਵੀ ਅਤੇ ਆਪਣੇ ਸਾਮਰਾਜ ਨੂੰ ਹੋਰ ਵੀ ਜ਼ਿਆਦਾ ਵਧਾਇਆ। ਇਸ ਤੋਂ ਇਲਾਵਾ ਜੀ ਉਸ ਨੇ ਤੁਗਲਕਾਬਾਦ ਜੋ ਇੱਕ ਸ਼ਹਿਰ ਦਾ ਨਿਰਮਾਣ ਕਰਵਾਇਆ ਸੀ, ਅਤੇ ਇਸੇ ਸ਼ਹਿਰ ਦੇ ਵਿੱਚ ਜੀ ਉਸ ਨੇ ਤੁਗਲਕਾਬਾਦ ਨਾਮ ਦੇ ਇੱਕ ਕਿਲੇ ਦਾ ਨਿਰਮਾਣ ਵੀ ਕਰਵਾਇਆ ਸੀ। ਸ਼ਾਸਨ ਪ੍ਰਬੰਧ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਗਿਆਸੁਦੀਨ ਤੁਗਲਕ ਨੇ ਲੋਕਾਂ ਦੀ ਭਲਾਈ ਲਈ ਕਿਹੜੇ-ਕਿਹੜੇ ਕੰਮ ਕੀਤੇ ਨੇ। ਜਨਤਾ ਦੀ ਸਹੂਲੀਅਤ ਲਈ ਜੀ ਉਸ ਨੇ ਪੁਲਾਂ ਦਾ ਅਤੇ ਨਹਿਰਾਂ ਦਾ ਨਿਰਮਾਣ ਕਰਵਾਇਆ, ਅਤੇ ਸਿੰਚਾਈ ਲਈ ਜੀ ਨਹਿਰਾਂ ਦਾ ਨਿਰਮਾਣ ਕਰਵਾਉਣ ਵਾਲਾ ਇਹ ਪਹਿਲਾ ਸ਼ਾਸਕ ਸੀ, ਜਿਸ ਦੇ ਦੁਆਰਾ ਨਹਿਰਾਂ ਦਾ ਨਿਰਮਾਣ ਸਿੰਚਾਈ ਵਿਵਸਥਾ ਦੇ ਲਈ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਜੀ ਉਸ ਨੇ ਕਿਸਾਨਾਂ ਦੇ ਜੀਵਨ ਦੇ ਵਿੱਚ ਸੁਧਾਰ ਲਈ ਵੀ ਵਿਸ਼ੇਸ਼ ਧਿਆਨ ਦਿੱਤਾ। ਉਸ ਦੇ ਸਮੇਂ ਜੋ ਲਗਾਨ ਦੀ ਦਰ ਹੈ ਜੀ ਉਹ ਬਹੁਤ ਹੀ ਘੱਟ ਸੀ, ਇਹ 1/10 ਤੋਂ 1/11 ਹਿੱਸਾ ਸੀ। ਇਸ ਤੋਂ ਇਲਾਵਾ ਜੀ ਉਸਨੇ ਜੋ ਡਾਕ ਵਿਵਸਥਾ ਹੈ ਜੀ ਉਸ ਨੂੰ ਹੋਰ ਵੀ ਜ਼ਿਆਦਾ ਵਿਵਸਥਿਤ ਕੀਤਾ ਸੀ, ਉਸ ਨੂੰ ਹੋਰ ਜ਼ਿਆਦਾ ਵਧੀਆ ਬਣਾਇਆ ਸੀ।
इस प्रकार जी उसने जो कुछ लोक भलाई के काम आ वो कीते सी। लोक भलाई के कामों तो बाद हुण आपां गल करते हैं जी गियासुद्दीन तुगलक की धार्मिक नीति बारे। जो गियासुद्दीन तुगलक है जी एक कट्टर सुन्नी मुसलमान सी। इसे ਲਈ जी इसने जो बेकसूर हिंदू सी ਅਤੇ बुद्ध धर्म के लोग सी उन्हां दे नाल बुरा व्यवहार किया। इस तो इलावा जी ये जो इस्लाम धर्म के अनुसार ही अपना जो शासन प्रबंध है जी उसनूं चलाउंदा सी। इस ਲਈ जी वो जो मुस्लिम जनता उन्हां दे उपर भी इस्लाम के जो नियम आ उन्हां नूं मन्नण दे लई जोर दिंदा सी ते जेकर कोई इन्हां नियमां नूं नहीं मंनदा सी तो उसके खिलाफ जी कुछ सख्त कार्रवाइयां कीतियां जांदियां सी। इस प्रकार आपां वेखदे हां कि वो अपने इक्को धर्म नूं लैके ही ਚੱਲਦਾ ਸੀ, ਉਸੇ ਦੇ ਅਨੁਸਾਰ ਹੀ ਉਹ ਸ਼ਾਸਨ ਪ੍ਰਬੰਧ ਚਲਾਉਂਦਾ ਸੀ। ਉਹ ਸਾਰੇ ਧਰਮਾਂ ਨੂੰ ਇੱਕ ਬਰਾਬਰ ਨਹੀਂ ਸਮਝਦਾ ਸੀ। ਹੁਣ ਆਪਾਂ ਜਾਣਦੇ ਹਾਂ ਜੀ ਕਿ ਗਿਆਸੁਦੀਨ ਤੁਗਲਕ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਗਿਆਸੁਦੀਨ ਤੁਗਲਕ ਦੇ ਜਦੋਂ ਬੰਗਾਲ ਅਭਿਆਨ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਜੋ ਉਸ ਦਾ ਪੁੱਤਰ ਸੀ ਜੀ ਜਿਸ ਦਾ ਨਾਮ ਸੀ ਜੂਨਾ ਖਾਂ, ਉਸ ਦੇ ਦੁਆਰਾ ਜੀ ਇੱਕ ਲੱਕੜ ਦਾ ਮਹਿਲ ਬਣਾਇਆ ਗਿਆ ਸੀ। ਉਹ ਉਸ ਦੇ ਵਿੱਚ ਰੁਕਿਆ। ਜਦੋਂ ਵੀ ਗਿਆਸੁਦੀਨ ਤੁਗਲਕ ਜੀ ਉਸ ਮਹਿਲ ਦੇ ਵਿੱਚ ਰੁਕਦਾ ਹੈ, ਉਸ ਦੇ ਅੰਦਰ ਜਾਂਦਾ ਹੈ ਤਾਂ ਜੋ ਮਹਿਲ ਸੀ ਜੀ ਉਹ ਡਿੱਗ ਪਿਆ। ਉਸੇ ਮਹਿਲ ਦੇ ਨੀਚੇ ਉਸ ਮਹਿਲ ਦੇ ਮਲਬੇ ਦੇ ਨੀਚੇ ਦਬ ਜਾਣ ਕਰਕੇ ਜੋ ਗਿਆਸੁਦੀਨ ਤੁਗਲਕ ਹੈ ਜੀ ਇਸ ਦੀ ਮੌਤ ਹੋ ਗਈ। ਇਸ ਨੂੰ ਜੀ ਆਪਾਂ ਕਹਿ ਸਕਦੇ ਹਾਂ ਵੀ ਐਕਸੀਡੈਂਟਲੀ ਵੀ ਇਹ ਚੀਜ਼ ਹੋ ਗਈ ਹੈ ਜਾਂ ਇਸ ਦੇ ਬਾਰੇ ਇੱਕ ਇਹ ਮਤ ਵੀ ਕਿਹਾ ਜਾਂਦਾ ਹੈ ਜੀ ਕਿ ਜੋ ਇਹ ਗਿਆਸੁਦੀਨ ਦਾ ਪੁੱਤਰ ਸੀ ਜਿਸ ਦਾ ਨਾਮ ਸੀ ਜੂਨਾ ਖਾਂ, ਇਸ ਨੇ ਜੀ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਸਾਜ਼ਿਸ਼ ਕੀਤੀ ਸੀ ਕਿ ਉਸ ਦਾ ਜੋ ਪਿਤਾ ਹੈ ਉਹ ਇਸ ਮਹਿਲ ਦੇ ਵਿੱਚ ਆਵੇ ਅਤੇ ਉਸ ਦੇ ਨੀਚੇ ਦੱਬ ਕੇ ਮਰ ਜਾਵੇ। ਇਸ ਤਰ੍ਹਾਂ ਕਿਹਾ ਜਾਂਦਾ ਹੈ ਜੀ ਇਬਨ ਬਤੂਤਾ ਦੇ ਦੁਆਰਾ, ਜੋ ਕਿ ਉਸ ਸਮੇਂ ਦਾ ਇੱਕ ਇਤਿਹਾਸਕਾਰ ਸੀ ਅਤੇ ਮੋਰੱਕੋ ਤੋਂ ਜੀ ਇਹ ਆਇਆ ਹੋਇਆ ਇੱਕ ਇਤਿਹਾਸਕਾਰ ਹੈ। ਗਿਆਸੁਦੀਨ ਤੁਗਲਕ ਦਾ ਜੋ ਮਕਬਰਾ ਹੈ ਜੀ ਉਹ ਤੁਗਲਕਾਬਾਦ ਦੇ ਵਿੱਚ ਸਥਿਤ ਹੈ, ਜਿਸ ਦੀ ਪਿਕਚਰ ਤੁਸੀਂ ਆ ਨਾਲ ਦੇਖ ਰਹੇ ਹੋ ਜੀ। ਗਿਆਸੁਦੀਨ ਤੁਗਲਕ ਦੀ ਮੌਤ ਤੋਂ ਬਾਅਦ ਜੋ ਅਗਲਾ ਸ਼ਾਸਕ ਬਣਦਾ ਹੈ ਜੀ ਉਸ ਦਾ ਨਾਮ ਸੀ ਮੁਹੰਮਦ ਬਿਨ ਤੁਗਲਕ ਅਤੇ ਇਸ ਦਾ ਸ਼ਾਸਨ ਕਰਨ ਦਾ ਸਮਾਂ ਸੀ ਜੀ 1325 ਤੋਂ ਲੈ ਕੇ 1352 ਈਸਵੀ ਤੱਕ ਦਾ। ਸ਼ਾਸਕ ਬਣਨ ਤੋਂ ਪਹਿਲਾਂ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਸ ਦਾ ਨਾਮ ਸੀ ਜੂਨਾ ਖਾਨ। ਇਹ ਉਹੀ ਜੂਨਾ ਖਾਨ ਹੈ ਜੀ ਜੋ ਗਿਆਸੁਦੀਨ ਤੁਗਲਕ ਦਾ ਪੁੱਤਰ ਸੀ ਅਤੇ ਜਿਸ ਦੇ ਮਹਿਲ ਦੇ ਹੇਠ ਆ ਕੇ ਜੋ ਗਿਆਸੁਦੀਨ ਹੈ ਉਸ ਦੀ ਮੌਤ ਹੋਈ ਸੀ। ਇੱਥੇ ਸਲਾਈਡ ਦੇ ਵਿੱਚ ਜਿੱਥੇ ਜਿੱਥੇ ਤੁਸੀਂ MBT ਦੇਖ ਰਹੇ ਹੋ ਜੀ ਇਹ ਸ਼ਾਰਟ ਦੇ ਵਿੱਚ ਮੁਹੰਮਦ ਬਿਨ ਤੁਗਲਕ ਹੀ ਲਿਖਿਆ ਹੋਇਆ, ਇਸ ਨੂੰ ਯਾਦ ਰੱਖਿਓ। ਮੁਹੰਮਦ ਬਿਨ ਜੋ ਤੁਗਲਕ ਹੈ ਜੀ ਇਹ ਸਲਤਨਤ ਕਾਲ ਦੇ ਸਾਰੇ ਸ਼ਾਸਕਾਂ ਦੇ ਵਿੱਚੋਂ ਵੱਧ ਪੜ੍ਹਿਆ ਲਿਖਿਆ ਸੀ, ਵਿਦਵਾਨ ਸੀ ਅਤੇ ਯੋਗ ਸੀ। ਪਰ ਜੋ ਉਸ ਦੀਆਂ ਯੋਜਨਾਵਾਂ ਸੀ ਜੀ ਇਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਸੁਪਨੇ ਦੇਖਣ ਵਾਲਾ ਸੀ ਅਤੇ ਇਹਨਾਂ ਯੋਜਨਾਵਾਂ ਦੀ ਸਫਲਤਾ ਦੇ ਲਈ ਜੀ ਇਹ ਲੋਕਾਂ ਦੇ ਦੁੱਖ ਸੁੱਖ ਅਤੇ ਉਹਨਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦਾ ਸੀ। ਇਹ ਬਸ ਆਪਣੀਆਂ ਯੋਜਨਾਵਾਂ ਨੂੰ ਸਫਲ ਹੋਣਾ ਦੇਖਣਾ ਚਾਹੁੰਦਾ ਸੀ। ਇਸੇ ਕਰਕੇ ਜੀ ਜੋ ਵੱਖ-ਵੱਖ ਇਤਿਹਾਸਕਾਰ ਆ ਜਿਵੇਂ ਕਿ ਬਰਨੀ ਸਰਹਿੰਦੀ, ਬਦੋਇਨੀ ਅਤੇ ਫਰਿਸ਼ਤਾ ਵਰਗੇ, ਉਹ ਸਾਰੇ ਜੀ ਇਸ ਨੂੰ ਵੱਖ-ਵੱਖ ਨਾਮਾਂ ਦੇ ਨਾਲ ਸੰਬੋਧਿਤ ਕਰਦਾ ਜਿਵੇਂ ਕਿ ਅਧਰਮੀ, ਪਾਗਲ, ਲਹੂ ਪੀਣਾ ਅਤੇ ਮੂਰਖ ਬੁੱਧੀਮਾਨ ਆਖਦੇ ਨੇ। ਮੂਰਖ ਬੁੱਧੀਮਾਨ ਇਸ ਕਰਕੇ ਆਖਿਆ ਜਾਂਦਾ ਹੈ ਜੀ ਕਿਉਂਕਿ ਇਸ ਦੀਆਂ ਜੋ ਯੋਜਨਾਵਾਂ ਉਹ ਤਾਂ ਬਹੁਤ ਵਧੀਆ ਸੀ ਪਰ ਉਹ ਯੋਜਨਾਵਾਂ ਕੋਈ ਵੀ ਸਫਲ ਨਹੀਂ ਹੋਈਆਂ ਸੀ। ਇਹ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਇਸ ਦੀ ਕੋਈ ਵੀ ਯੋਜਨਾ ਸਫਲ ਨਹੀਂ ਹੁੰਦੀ ਸੀ, ਜਿਸ ਕਰਕੇ ਜੀ ਇਹ ਬੁੱਧੀਮਾਨ ਮੂਰਖ ਇਸ ਨੂੰ ਕਿਹਾ ਜਾਂਦਾ ਸੀ। ਮੁਹੰਮਦ ਬਿਨ ਤੁਗਲਕ ਜੀ ਕਲਾ ਪ੍ਰੇਮੀ ਅਤੇ ਅਨੁਭਵੀ ਸੈਨਾਪਤੀ ਸੀ। ਇਸ ਤੋਂ ਇਲਾਵਾ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਹ ਅਰਬੀ ਅਤੇ ਫਾਰਸੀ ਭਾਸ਼ਾ ਦਾ ਵਿਦਵਾਨ ਸੀ। ਇਹ ਖਗੋਲ ਸ਼ਾਸਤਰ, ਗਣਿਤ, ਚਿਕਿਤਸਾ ਅਤੇ ਵਿਗਿਆਨ ਦੀ ਵੀ ਸਮਝ ਰੱਖਦਾ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਜਦੋਂ ਇਹ ਪਾਵਰ ਦੇ ਵਿੱਚ ਆਇਆ, ਜਦੋਂ ਇਹ ਸ਼ਾਸਕ ਬਣਿਆ ਤਾਂ ਇਸ ਨੇ ਕਿਸ ਤਰ੍ਹਾਂ ਸ਼ਾਸਨ ਦੀ ਆਪਣੇ ਦੀ ਸ਼ੁਰੂਆਤ ਕੀਤੀ। ਇਸ ਨੇ ਵੀ ਜੀ ਅਲਾਉਦੀਨ ਖਿਲਜੀ ਵਾਂਗ ਹੀ ਖਲੀਫਾ ਤੋਂ ਕੋਈ ਵੀ ਉਪਾਧੀ ਨਹੀਂ ਧਾਰਨ ਕੀਤੀ ਸੀ, ਯਾਨੀ ਕਿ ਇਸ ਨੇ ਜੋ ਇਸਲਾਮ ਧਰਮ ਹੈ ਜੀ ਉਸ ਦੇ ਅਨੁਸਾਰ ਸ਼ਾਸਨ ਨਹੀਂ ਕੀਤਾ ਸੀ। ਇਸ ਨੇ ਆਪਣੇ ਹਿਸਾਬ ਨਾਲ ਹੀ ਸ਼ਾਸਨ ਪ੍ਰਬੰਧ ਚਲਾਇਆ। ਇਸ ਨੇ ਜੀ ਨਿਆਂ ਵਿਵਸਥਾ ਦੇ ਵਿੱਚੋਂ ਉਲਮਾ ਦਾ ਜੋ ਏਕਾਧਿਕਾਰ ਸੀ ਉਸ ਨੂੰ ਖਤਮ ਕਰ ਦਿੱਤਾ, ਯਾਨੀ ਕਿ ਜੋ ਕਾਜੀ ਹੁੰਦੇ ਸੀ ਜੀ ਉਹ ਨਿਆਂ ਕਰਦੇ ਸੀ, ਉਹਨਾਂ ਦਾ ਹੀ ਏਕਾਧਿਕਾਰ ਰਹਿੰਦਾ ਸੀ, ਉਹੀ ਜੋ ਫੈਸਲਾ ਦਿੰਦੇ ਸੀ ਉਸ ਨੂੰ ਮੰਨਿਆ ਜਾਂਦਾ ਸੀ। ਪਰ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਸ ਨੇ ਇਸ ਚੀਜ਼ ਨੂੰ ਖਤਮ ਕਰ ਦਿੱਤਾ। ਉਸ ਨੂੰ ਉਲਮਾਵਾਂ ਦਾ ਜੋ ਵੀ ਜੀ ਫੈਸਲਾ ਸਹੀ ਨਹੀਂ ਲੱਗਦਾ ਸੀ ਉਸ ਨੂੰ ਬਦਲ ਵੀ ਦਿੰਦਾ ਸੀ, ਉਹ ਆਪਣੇ ਹਿਸਾਬ ਦੇ ਨਾਲ ਨਿਆਂ ਕਰਦਾ ਸੀ। ਇਸ ਤੋਂ ਇਲਾਵਾ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਸ ਨੇ ਬਿਨਾਂ ਕਿਸੇ ਜਾਤੀ ਜਾਂ ਧਰਮ ਵਿਸ਼ੇਸ਼ ਦੇ ਵੱਖ-ਵੱਖ ਜੋ ਅਧਿਕਾਰੀ ਸੀ ਉਹਨਾਂ ਨੇ ਨਿਯੁਕਤੀ ਕੀਤੀ ਸੀ ਅਤੇ ਇਹਨਾਂ ਗੱਲਾਂ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਹੈ ਜੀ ਕਿ ਜੋ ਮੁਹੰਮਦ ਬਿਨ ਤੁਗਲਕ ਹੈ ਇਸ ਨੇ ਸਾਰੇ ਧਰਮਾਂ ਅਤੇ ਜਾਤੀਆਂ ਨੂੰ ਇੱਕ ਸਮਾਨ ਸਮਝਿਆ ਸੀ। ਉਸ ਨੇ ਕਿਸੇ ਵੀ ਇੱਕ ਧਰਮ ਨੂੰ ਜੀ ਵਿਸ਼ੇਸ਼ ਸਥਾਨ ਨਹੀਂ ਦਿੱਤਾ ਸੀ। ਉਸ ਦੇ ਲਈ ਸਾਰੀ ਜਨਤਾ ਸੀ ਜੋ ਉਹ ਇੱਕ ਸਮਾਨ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਹੰਮਦ ਬਿਨ ਤੁਗਲਕ ਦੇ ਸ਼ਾਸਨ ਪ੍ਰਬੰਧ ਦੀ। ਜੋ ਤੁਸੀਂ ਇਹ ਨਾਲ ਮੈਪ ਦੇਖ ਰਹੇ ਹੋ ਜੀ ਇੰਡੀਆ ਦਾ, ਇਸ ਦੇ ਵਿੱਚ ਜੋ ਇਹ ਸੀ ਗ੍ਰੀਨ ਏਰੀਆ ਦਿਖਾਇਆ ਗਿਆ ਇਹ ਸਾਰਾ ਜੀ ਮੁਹੰਮਦ ਬਿਨ ਤੁਗਲਕ ਦੇ ਸਮੇਂ ਉਸ ਦੇ ਸ਼ਾਸਨ ਦੇ ਸ਼ੁਰੂਆਤ ਦੇ ਸਮੇਂ ਦਾ ਇਹ ਇੱਕ ਡਾਇਗਰਾਮ ਹੈ। ਇਹ ਜੋ ਏਰੀਆ ਸੀ ਇਹ ਸਾਰਾ ਜੋ ਮੁਹੰਮਦ ਬਿਨ ਤੁਗਲਕ ਦੇ ਅੰਡਰ ਆਉਂਦਾ ਸੀ, ਯਾਨੀ ਕਿ ਤੁਗਲਕ ਵੰਸ਼ ਦਾ ਇਹ ਸਾਮਰਾਜੀ ਖੇਤਰ ਸੀ। ਮੁਹੰਮਦ ਬਿਨ ਤੁਗਲਕ ਨੇ ਜੀ ਆਪਣੇ ਸ਼ਾਸਨ ਦੇ ਜੋ ਸ਼ੁਰੂਆਤੀ ਸਾਲਾਂ ਦੇ ਵਿੱਚ ਆਪਣੇ ਸਾਮਰਾਜ ਨੂੰ ਬਹੁਤ ਜ਼ਿਆਦਾ ਵਧਾਇਆ ਸੀ।
ਉਸਨੇ ਆਪਣੇ ਸਾਮਰਾਜ ਨੂੰ ਜੀ ਟੋਟਲ 23 ਪ੍ਰਾਂਤਾਂ ਦੇ ਵਿੱਚ 23 ਸਟੇਟਾਂ ਦੇ ਵਿੱਚ ਵੰਡਿਆ ਸੀ, ਜਿਸ ਦੇ ਵਿੱਚੋਂ ਮੁੱਖ ਦੇ ਨਾਮ ਜੇ ਦਿੱਤੇ ਹੋਏ ਆ, ਜਿਵੇਂ ਕਿ ਦਿੱਲੀ, ਦੇਵਗਿਰੀ, ਲਾਹੌਰ, ਮੁਲਤਾਨ, ਗੁਜਰਾਤ, ਅਵਧ, ਬਿਹਾਰ, ਮਾਲਵਾਦ ਪ੍ਰਦੇਸ਼। ਇਹਨਾਂ 23 ਰਾਜਾਂ ਦੇ ਇਲਾਵਾ ਜੋ ਕਸ਼ਮੀਰ ਅਤੇ ਬਲੋਚਿਸਤਾਨ ਦਾ ਏਰੀਆ ਸੀ, ਉਹ ਵੀ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਸ ਦੇ ਸਾਮਰਾਜ ਦਾ ਹੀ ਇੱਕ ਹਿੱਸਾ ਸੀ। ਪਰ ਬਾਅਦ ਦੇ ਵਿੱਚ ਜੀ ਸਮੇਂ ਦੇ ਨਾਲ ਵੱਖ-ਵੱਖ ਰਾਜਾਂ ਦੇ ਵਿੱਚ ਵਿਦਰੋਹ ਹੋਏ, ਜਿਸ ਕਰਕੇ ਜੀ ਬਹੁਤ ਸਾਰੇ ਪ੍ਰਦੇਸ਼ ਸੀ ਜੋ ਉਹ ਤੁਗਲਕ ਵੰਸ਼ ਤੋਂ ਆਜ਼ਾਦ ਹੋ ਗਏ, ਜਿਵੇਂ ਕਿ ਬੰਗਾਲ। ਇਸ ਤੋਂ ਇਲਾਵਾ ਕੁਝ ਨਵੇਂ ਸਾਮਰਾਜ ਵੀ ਜੀ ਹੋਂਦ ਦੇ ਵਿੱਚ ਆਏ, ਜਿਵੇਂ ਕਿ ਬਹਿਮਣੀ ਸਾਮਰਾਜ ਅਤੇ ਇਸ ਤੋਂ ਇਲਾਵਾ ਜੋ ਵਿਜੇਨਗਰ ਸਾਮਰਾਜ ਹੈ ਜੀ ਉਹ ਹੋਂਦ ਦੇ ਵਿੱਚ ਆਏ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਜੋ ਯੋਜਨਾਵਾਂ ਚਲਾਈਆਂ ਗਈਆਂ, ਜਿਨ੍ਹਾਂ ਨੂੰ 5 ਅਸਫਲ ਯੋਜਨਾਵਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜੀ, ਉਹ ਕਿਹੜੀਆਂ-ਕਿਹੜੀਆਂ ਸੀ ਅਤੇ ਕਿਸ ਕਰਕੇ ਜੋ ਇਹ ਮੁਹੰਮਦ ਬਿਨ ਤੁਗਲਕ ਹੈ ਜੀ ਇਸ ਨੂੰ ਇੰਨਾ ਵਿਦਵਾਨ ਹੋਣ ਦੇ ਬਾਵਜੂਦ ਵੀ ਵੱਖ-ਵੱਖ ਇਤਿਹਾਸਕਾਰ ਇਹਨਾਂ ਨੂੰ ਜੀ ਬੁੱਧੀਮਾਨ ਮੂਰਖ ਜਾਂ ਵੱਖ-ਵੱਖ ਨਾਮਾਂ ਦੇ ਨਾਲ ਇਹਨਾਂ ਦੀ ਆਲੋਚਨਾ ਕਰਦੇ ਨੇ। ਇਹ ਯੋਜਨਾਵਾਂ ਕੀ ਸੀ ਅਤੇ ਕਿਸ ਤਰ੍ਹਾਂ ਇਹ ਫੇਲ ਹੋਈਆਂ, ਇਹਨਾਂ ਦੇ ਬਾਰੇ ਹੁਣ ਆਪਾਂ ਡਿਟੇਲ ਦੇ ਨਾਲ ਜਾਣਾਂਗੇ। ਸਭ ਤੋਂ ਪਹਿਲਾਂ ਜੀ ਇਹਨਾਂ ਦੇ ਆਪਾਂ ਨਾਮ ਜਾਣ ਲੈਂਦੇ ਹਾਂ। ਪਹਿਲੀ ਜੋ ਯੋਜਨਾ ਸੀ ਜੀ ਇਹ ਸੀ ਲਗਾਨ ਦੇ ਵਿੱਚ ਵਾਧਾ, ਦੂਸਰੀ ਸੀ ਜੀ ਰਾਜਧਾਨੀ ਪਰਿਵਰਤਨ, ਤੀਸਰੀ ਸੀ ਜੀ ਸੰਕੇਤਕ ਮੁਦਰਾ ਦਾ ਚਲਾਉਣਾ, ਅਤੇ ਚੌਥੀ ਸੀ ਖੁਰਾਸਾਨ ਅਭਿਆਨ ਅਤੇ ਪੰਜਵੀਂ ਸੀ ਜੀ ਕਰਾਚਲ ਅਭਿਆਨ। ਇਹ 5 ਯੋਜਨਾਵਾਂ ਜੀ ਜੋ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਸੋਚੀਆਂ ਤਾਂ ਬਹੁਤ ਵਧੀਆ ਗਈਆਂ ਸੀ, ਪਰ ਜਦੋਂ ਇਹਨਾਂ ਨੂੰ ਜੇ ਪ੍ਰੈਕਟੀਕਲੀ ਕੀਤਾ ਗਿਆ ਤਾਂ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਸੀ, ਜਿਨ੍ਹਾਂ ਦੇ ਕਰਕੇ ਇਹ ਬੁਰੀ ਤਰ੍ਹਾਂ ਅਸਫਲ ਰਹੀਆਂ ਅਤੇ ਜੋ ਮੁਹੰਮਦ ਬਿਨ ਤੁਗਲਕ ਦੇ ਲਈ ਜੀ ਇੱਕ ਆਲੋਚਨਾ ਦਾ ਇੱਕ ਕਾਰਨ ਬਣ ਸਕੀਆਂ, ਜਿਸ ਕਰਕੇ ਜੀ ਵੱਖ-ਵੱਖ ਇਤਿਹਾਸਕਾਰਾਂ ਨੇ ਇਹਨਾਂ ਦੀ ਆਲੋਚਨਾ ਕੀਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਚਲਾਈ ਗਈ ਪਹਿਲੀ ਯੋਜਨਾ ਬਾਰੇ, ਜਿਹੜੀ ਸੀ ਜੀ ਕਰ ਜਾਂ ਲਗਾਨ ਦੇ ਵਿੱਚ ਵਾਧਾ। ਇਹ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਜੋ ਯੋਜਨਾਵਾਂ ਚਲਾਈਆਂ ਗਈਆਂ ਸੀ ਜੀ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਸੀ, ਅਤੇ ਇਹ ਜੀ ਦੁਆਬ ਖੇਤਰ ਦੇ ਵਿੱਚ 1326 ਤੋਂ 1327 ਈਸਵੀ ਦੇ ਤੱਕ ਸਮੇਂ ਦੇ ਵਿੱਚ ਇਹ ਚਲਾਈ ਗਈ ਸੀ। ਜੋ ਦਬਾਬ ਖੇਤਰ ਹੈ ਜੀ ਇਹ ਬਹੁਤ ਹੀ ਜ਼ਿਆਦਾ ਉਪਜਾਊ ਖੇਤਰ ਸੀ, ਇਸ ਲਈ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਉਸਨੇ ਇੱਥੇ ਜੋ ਲਗਾਨ ਹੈ ਜੀ ਉਸ ਦੀ ਦਰ ਨੂੰ ਵਧਾ ਦਿੱਤਾ। ਉਹ ਇਸ ਲਗਾਨ ਦੀ ਦਰ ਨੂੰ ਵਧਾ ਕੇ ਜੀ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦਾ ਸੀ। ਉਸਨੇ ਲਗਾਨ ਦੀ ਦਰ ਨੂੰ ਵਧਾ ਕੇ ਜੀ 1/2 ਕਰ ਦਿੱਤਾ, ਯਾਨੀ ਕਿ ਉਸਨੇ ਜੀ 50% ਜੋ ਲਗਾਨ ਹੈ ਜੀ ਉਹ ਲੈਣਾ ਤੈਅ ਕਰ ਦਿੱਤਾ। ਪਰ ਇਸੇ ਸਾਲ ਜੋ ਦੁਆਬ ਖੇਤਰ ਹੈ ਜੀ ਇਸ ਦੇ ਵਿੱਚ ਅਕਾਲ ਪੈ ਗਿਆ, ਜਿਸ ਕਰਕੇ ਉੱਥੇ ਜੀ ਪੈਦਾਵਾਰ ਉਹ ਨਹੀਂ ਹੋ ਸਕੀ, ਜਿਸ ਕਰਕੇ ਲੋਕਾਂ ਦੇ ਕੋਲੇ ਜੀ ਖਾਣ ਲਈ ਹੀ ਕੁਝ ਭੋਜਨ ਬਚਿਆ ਨਹੀਂ ਸੀ, ਉਹ ਕਿੱਥੋਂ ਦਾ ਟੈਕਸ ਦੇ ਦਿੰਦੇ। ਪਰ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਉਸਨੇ ਜੋ ਸਮੇਂ ਦੇ ਹਾਲਾਤ ਸੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਆਪਣੀ ਯੋਜਨਾ 'ਤੇ ਹੀ ਸਟ੍ਰਿਕਟ ਰਿਹਾ। ਇਸ ਲਈ ਜੀ ਉਸਨੇ ਜੋ ਆਪਣੇ ਅਧਿਕਾਰੀ ਸੀ ਉਹਨਾਂ ਨੂੰ ਲੋਕਾਂ ਦੇ ਕੋਲੋਂ ਜ਼ਬਰਦਸਤੀ ਟੈਕਸ ਵਸੂਲਣ ਦੀ ਖੁੱਲ੍ਹ ਦੇ ਦਿੱਤੀ, ਜਿਸ ਕਰਕੇ ਜੀ ਉਸ ਦੇ ਜੋ ਅਧਿਕਾਰੀ ਸੀ ਉਹਨਾਂ ਨੇ ਲੋਕਾਂ ਦੇ ਉੱਪਰ ਤਸ਼ੱਦਦ ਕਰਨੇ, ਉਹਨਾਂ ਦੇ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਇਸੇ ਲਈ ਜੀ ਉੱਥੋਂ ਦੇ ਜੋ ਲੋਕ ਸੀ ਉਹਨਾਂ ਨੇ ਵਿਦਰੋਹ ਕਰ ਦਿੱਤਾ, ਕਿਉਂਕਿ ਉਹਨਾਂ ਦੇ ਕੋਲੇ ਲਗਾਨ ਦੇਣ ਲਈ ਕੁਝ ਵੀ ਹੈ ਨਹੀਂ ਸੀ। ਇਸ ਪ੍ਰਕਾਰ ਜੋ ਇਹ ਯੋਜਨਾ ਹੈ ਜੀ ਇਹ ਅਸਫਲ ਹੋ ਗਈ, ਉਹ ਸਿਰਫ ਉਸ ਦੀ ਇੱਕ ਛੋਟੀ ਜਿਹੀ ਗਲਤੀ ਕਰਕੇ ਹੋਇਆ ਸੀ। ਖੇਤੀ ਦੇ ਨਾਲ ਮਿਲਦੀ ਜੁਲਦੀ ਹੀ ਜੀ ਇੱਕ ਹੋਰ ਯੋਜਨਾ ਜੋ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਚਲਾਈ ਗਈ ਸੀ, ਉਸ ਨੂੰ ਵੀ ਆਪਾਂ ਇਸ ਦੇ ਵਿੱਚ ਹੀ ਕਵਰ ਕਰ ਲੈਂਦੇ ਹਾਂ। ਉਸ ਦੇ ਅੰਦਰ ਕੀ ਸੀ ਜੀ ਕਿ ਉਸਨੇ ਖੇਤੀ ਦੇ ਵਿਕਾਸ ਲਈ ਇੱਕ ਵਿਭਾਗ ਬਣਾਇਆ ਸੀ, ਜਿਸ ਦਾ ਨਾਮ ਸੀ ਦਬਾਨੇ ਅਮੀਰ ਕੋਹੀ। ਇਹ ਨਾਮ ਵੀ ਜ਼ਰੂਰ ਯਾਦ ਰੱਖ ਲਿਓ ਜੀ। ਉਸਨੇ ਵਿਭਾਗ ਬਣਾਇਆ, ਉਸਨੇ ਘੱਟ ਦਰਾਂ ਦੇ ਉੱਪਰ ਜੋ ਕਿਸਾਨਾਂ ਨੂੰ ਜੀ ਲੋਨ ਦੇਣ ਦੀ ਵੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਜੀ ਉਸਨੇ ਕਿਸਾਨਾਂ ਤੋਂ ਕੰਟਰੈਕਟ ਫਾਰਮਿੰਗ ਕਰਵਾਈ, ਜਿਸ ਤਰ੍ਹਾਂ ਕੀ ਹੁੰਦਾ ਸੀ ਕਿ ਉਸ ਦੇ ਵਿੱਚ ਇੱਕ ਸਰਕਾਰੀ ਜ਼ਮੀਨ ਹੁੰਦੀ ਸੀ ਜੋ ਰਾਜ ਦੀ ਜ਼ਮੀਨ ਸੀ, ਉਸ ਦੇ ਉੱਪਰ ਜੀ ਕਿਸਾਨਾਂ ਨੇ ਖੇਤੀ ਕਰਨੀ ਹੁੰਦੀ ਸੀ, ਅਤੇ ਉਹਨਾਂ ਨੂੰ ਸਾਰੇ ਪ੍ਰਕਾਰ ਦੀ ਜੋ ਸਹੂਲੀਅਤ ਚਾਹੀਦੀ ਹੁੰਦੀ ਸੀ, ਜੋ ਵੀ ਉਹਨਾਂ ਨੂੰ ਚੀਜ਼ ਚਾਹੀਦੀ ਹੁੰਦੀ ਸੀ, ਉਹ ਸਾਰਾ ਖਰਚ ਜੋ ਉਹ ਰਾਜ ਦੇ ਦੁਆਰਾ ਕੀਤਾ ਜਾਂਦਾ ਸੀ। ਇਸ ਪ੍ਰਕਾਰ ਦੀ ਖੇਤੀ ਦਾ ਜੋ ਇੱਕ ਹੁਣ ਫਿਊਚਰਿਸਟਿਕ ਉਸ ਸਮੇਂ ਦਾ ਇੱਕ ਇਹ ਗੋਲ ਸੀ, ਯਾਨੀ ਕਿ ਮੰਨ ਸਕਦੇ ਹਾਂ ਕਿ ਭਵਿੱਖ ਦਾ ਇੱਕ ਇਹ ਸੁਪਨਾ ਸੀ ਜੋ ਉਸਨੇ ਉਸ ਸਮੇਂ ਕਰਨ ਦੀ ਕੋਸ਼ਿਸ਼ ਕੀਤੀ। ਇਹ ਯੋਜਨਾ ਬਹੁਤ ਵਧੀਆ ਸੀ, ਪਰ ਜਦੋਂ ਇਸ ਨੂੰ ਪ੍ਰੈਕਟੀਕਲ ਕੀਤਾ ਤਾਂ ਇਸ ਦੇ ਨਾਲ ਵੀ ਉਹ ਪਹਿਲਾਂ ਵਾਲੀ ਯੋਜਨਾਵਾਂ ਵਾਲਾ ਹੀ ਹੋਇਆ। ਇਸ ਦੇ ਪਿੱਛੇ ਜੀ ਕਈ ਕਾਰਨ ਸੀ। ਇੱਕ ਤਾਂ ਕੀ ਸੀ, ਜੋ ਕਿ ਰਾਜ ਦੇ ਅਧਿਕਾਰੀ ਸੀ ਉਹ ਰਿਸ਼ਵਤਖੋਰ ਸੀ। ਦੂਸਰਾ, ਉਹਨਾਂ ਨੇ ਜੋ ਖੇਤੀ ਲਈ ਜੀ ਭੂਮੀ ਚੁਣੀ ਉਹ ਗਲਤ ਸੀ, ਉਹ ਬੰਜਰ ਭੂਮੀ ਸੀ ਜੀ, ਜ਼ਿਆਦਾ ਉਪਜਾਊ ਨਹੀਂ ਸੀ। ਇਸ ਤੋਂ ਇਲਾਵਾ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਜੋ ਭੂਮੀ ਚੰਗੀ ਨਹੀਂ ਹੈ ਤਾਂ ਉਹਨਾਂ ਨੇ ਵੀ ਜੀ ਖੇਤੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਇਸ ਪ੍ਰਕਾਰ ਜੋ ਇਹ ਕੰਟਰੈਕਟ ਫਾਰਮਿੰਗ ਦੀ ਇਹ ਯੋਜਨਾ ਸੀ ਜੀ, ਖੇਤੀ ਦਾ ਸੁਧਾਰ ਕਰਨ ਦੀ ਇਹ ਯੋਜਨਾ ਸੀ, ਉਹ ਬੁਰੀ ਤਰ੍ਹਾਂ ਅਸਫਲ ਰਹੀ। ਇਹ ਯੋਜਨਾ ਬਹੁਤ ਵਧੀਆ ਸੀ, ਪਰ ਉਸ ਨੂੰ ਜਦੋਂ ਪ੍ਰੈਕਟੀਕਲੀ ਇੰਪਲੀਮੈਂਟ ਕੀਤਾ ਗਿਆ ਤਾਂ ਉਸ ਸਮੇਂ ਇਹ ਵੀ ਜੀ ਅਸਫਲ ਰਹੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਜੋ ਦੂਜੀ ਯੋਜਨਾ ਚਲਾਈ ਗਈ ਹੈ ਉਹ ਕਿਹੜੀ ਸੀ। ਇਹ ਸੀ ਜੀ ਰਾਜਧਾਨੀ ਪਰਿਵਰਤਨ।
ਮੁਹੰਮਦ ਬਿਨ ਤੁਗਲਕ ਨੇ 1326-27 ਈਸਵੀ ਦੇ ਵਿੱਚ ਆਪਣੀ ਰਾਜਧਾਨੀ ਨੂੰ ਜੀ ਦਿੱਲੀ ਤੋਂ ਬਦਲ ਕੇ ਦੇਵਗਿਰੀ ਬਣਾਉਣ ਦਾ ਫੈਸਲਾ ਕੀਤਾ। ਦੇਵਗਿਰੀ ਰਾਜਧਾਨੀ ਬਣਾਉਣ ਦੇ ਪਿੱਛੇ ਜੀ ਕਈ ਕਾਰਨ ਸੀ। ਇਸ ਦੇ ਕਾਰਨਾਂ ਨੂੰ ਵੀ ਵੇਖ ਲੈਂਦੇ ਹਾਂ। ਪਹਿਲਾ ਸੀ ਕਿ ਜੋ ਦੇਵਗਿਰੀ ਹੈ ਜੀ ਇਹ ਦੇਸ਼ ਦੇ ਸੈਂਟਰ ਦੇ ਵਿੱਚ ਸਥਿਤ ਸੀ, ਜਿੱਥੋਂ ਸਾਰੇ ਦੇਸ਼ ਦਾ ਜੋ ਸ਼ਾਸਨ ਪ੍ਰਬੰਧ ਆ ਉਸ ਨੂੰ ਚਲਾਉਣਾ ਆਸਾਨ ਹੋ ਜਾਣਾ ਸੀ। ਦੂਸਰਾ ਸੀ ਜੀ ਮੰਗੋਲਾਂ ਦੇ ਹਮਲੇ ਦਾ ਘੱਟ ਖਤਰਾ। ਜੋ ਦੇਵਗਿਰੀ ਸੀ ਇੱਥੇ ਮੰਗੋਲਾਂ ਦੇ ਹਮਲੇ ਦਾ ਘੱਟ ਖਤਰਾ ਸੀ, ਕਿਉਂਕਿ ਇਹ ਦੇਸ਼ ਦੇ ਸੈਂਟਰ ਦੇ ਵਿੱਚ ਸਥਿਤ ਸੀ। ਅਤੇ ਤੀਸਰਾ ਪੁਆਇੰਟ ਸੀ ਜੀ ਕਿ ਦੱਖਣੀ ਭਾਰਤ ਦੇ ਵਿੱਚ ਸੁਲਤਾਨ ਦੀ ਖਿੱਚ। ਜੋ ਦੱਖਣੀ ਭਾਰਤੀ ਖੇਤਰ ਸੀ ਉਹਨਾਂ ਵੱਲ ਸੁਲਤਾਨ ਦਾ ਜੋ ਅਟਰੈਕਸ਼ਨ ਸੀ ਉਹ ਕੁਝ ਜ਼ਿਆਦਾ ਸੀ। ਉਹਨਾਂ ਪ੍ਰਦੇਸ਼ਾਂ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾਉਣਾ ਚਾਹੁੰਦਾ ਸੀ। ਉਹਨਾਂ ਦੇ ਉੱਪਰ ਪ੍ਰਭਾਵ ਵਧਾਉਣ ਲਈ ਵੀ ਜੀ ਜੋ ਦੇਵਗਿਰੀ ਆ ਉਸ ਨੂੰ ਰਾਜਧਾਨੀ ਬਣਾਉਣਾ ਲਾਜ਼ਮੀ ਸੀ। ਇਹੀ ਉਹ ਯੋਜਨਾ ਜੀ ਜਿਸ ਦੇ ਲਈ ਸੁਲਤਾਨ ਦੀ ਸਭ ਤੋਂ ਜ਼ਿਆਦਾ ਆਲੋਚਨਾ ਇਤਿਹਾਸਕਾਰਾਂ ਦੇ ਦੁਆਰਾ ਕੀਤੀ ਜਾਂਦੀ ਹੈ। ਉਹ ਕਿਉਂ ਕੀਤੀ ਜਾਂਦੀ ਹੈ ਜੀ, ਹੁਣ ਇਹ ਵੀ ਜਾਣ ਲੈਂਦੇ ਹਾਂ। ਇੱਥੇ ਜੀ ਮੁਹੰਮਦ ਬਿਨ ਤੁਗਲਕ ਨੇ ਇਹ ਯੋਜਨਾ ਤਾਂ ਬਹੁਤ ਵਧੀਆ ਬਣਾਈ ਸੀ, ਪਰ ਉਸ ਨੂੰ ਜੀ ਇੰਪਲੀਮੈਂਟ ਕਰਨ ਵੇਲੇ ਇਸ ਸਮੇਂ ਵੀ ਉਸਨੇ ਇੱਕ ਗਲਤੀ ਕਰਤੀ। ਉਸਨੇ ਗਲਤੀ ਕੀ ਕੀਤੀ ਜੀ ਕਿ ਉਸਨੇ ਆਪਣੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਨਾਲ ਦਿੱਲੀ ਵਾਸੀ ਜੋ ਸਾਰੀ ਦਿੱਲੀ ਦੀ ਜਨਤਾ ਸੀ ਉਹਨਾਂ ਨੂੰ ਵੀ ਜੀ ਆਪਣੇ ਨਾਲ ਦੇਵਗਿਰੀ ਜਾਣ ਦਾ ਆਦੇਸ਼ ਦੇ ਦਿੱਤਾ, ਜੋ ਕਿ ਉਸਦੀ ਇੱਕ ਬਹੁਤ ਵੱਡੀ ਮੂਰਖਤਾ ਸੀ। ਕਿਉਂਕਿ ਇੰਨੀ ਵੱਡੀ ਜਨਤਾ ਜ਼ਿਆਦਾ ਜੀ ਪਹਿਲਾਂ ਤਾਂ ਸਥਾਨਾਂਤਰਨ ਕਰਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਫਿਰ ਉਸ ਦੇਵਗਿਰੀ ਦੇ ਵਿੱਚ ਜਾ ਕੇ ਪੂਰੇ ਦਿੱਲੀ ਵਾਸੀਆਂ ਦਾ ਵਸਣਾ ਹੀ ਬਹੁਤ ਜ਼ਿਆਦਾ ਮੁਸ਼ਕਲ ਸੀ। ਅਤੇ ਇਹੀ ਇੱਕ ਕਾਰਨ ਬਣਿਆ ਜੀ ਜਿਸ ਕਰਕੇ ਜੋ ਇਹ ਯੋਜਨਾ ਵਧੀਆ ਹੁੰਦੇ ਹੋਏ ਵੀ ਅਸਫਲ ਰਹੀ। ਅਤੇ ਬਾਅਦ ਵਿੱਚ ਸਾਰੀ ਜਨਤਾ ਨੂੰ ਜੀ 1333 ਈਸਵੀ ਦੇ ਵਿੱਚ ਦੇਵਗਿਰੀ ਤੋਂ ਵਾਪਸ ਦਿੱਲੀ ਦੇ ਵਿੱਚ ਆ ਕੇ ਵਸਣਾ ਪਿਆ, ਜੋ ਕਿ ਇੱਕ ਬਹੁਤ ਹੀ ਮੁਸ਼ਕਲ ਕੰਮ ਸੀ। ਇਸ ਪ੍ਰਕਾਰ ਜੀ ਇੱਕ ਯੋਜਨਾ ਵਧੀਆ ਹੁੰਦੇ ਹੋਏ ਵੀ ਉਸ ਨੂੰ ਇੰਪਲੀਮੈਂਟ ਕਰਨ ਸਮੇਂ ਕੀਤੀ ਗਈ ਗਲਤੀ ਕਰਕੇ ਬਹੁਤ ਬੁਰੀ ਤਰ੍ਹਾਂ ਅਸਫਲ ਰਹੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਜੋ ਤੀਸਰੀ ਯੋਜਨਾ ਚਲਾਈ ਗਈ ਹੈ ਉਸ ਬਾਰੇ। ਇਹ ਸੀ ਜੀ ਸੰਕੇਤਕ ਮੁਦਰਾ ਚਲਾਉਣਾ। ਜੋ ਇਹ ਯੋਜਨਾ ਜੀ ਇਸ ਨੂੰ ਇਕਨੋਮਿਕਸ ਵਾਲੇ ਤਾਂ ਬਹੁਤ ਵਧੀਆ ਢੰਗ ਨਾਲ ਸਮਝ ਸਕਦੇ ਆ, ਅਤੇ ਦੂਸਰਿਆਂ ਲਈ ਜੀ ਮੈਂ ਥੋੜ੍ਹਾ ਜਿਹਾ ਆਸਾਨ ਕਰਕੇ ਦੱਸ ਦਿੰਦਾ। ਸਭ ਤੋਂ ਪਹਿਲਾਂ ਤਾਂ ਜਾਣੋ ਜੀ ਕਿ ਸੰਕੇਤਕ ਮੁਦਰਾ ਕੀ ਹੁੰਦੀ ਹੈ। ਵਰਤਮਾਨ ਸਮੇਂ ਦੇ ਵਿੱਚ ਜੋ ਆਪਾਂ ਜੀ ਕਰੰਸੀ ਨੂੰ ਵਰਤਦੇ ਹਾਂ ਇਸ ਨੂੰ ਸੰਕੇਤਕ ਮੁਦਰਾ ਕਿਹਾ ਜਾਂਦਾ ਹੈ, ਕਿਉਂਕਿ ਇਸ ਦੀ ਐਕਚੁਅਲ ਵੈਲਿਊ ਕੁਛ ਨਹੀਂ ਹੁੰਦੀ। ਜਿਸ ਤਰ੍ਹਾਂ ਜੀ ਲਾਸਟ ਟਾਈਮ ਦੇ ਵਿੱਚ ਜਦੋਂ PM ਮੋਦੀ ਨੇ 500 ਦੇ ਨੋਟ ਬੰਦ ਕਰ ਦਿੱਤੇ ਸੀ, 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸੀ, ਤਾਂ ਉਹਨਾਂ ਦੀ ਐਕਚੁਅਲ ਵੈਲਿਊ ਉਸ ਤੋਂ ਬਾਅਦ ਕੁਛ ਨਹੀਂ ਰਹਿ ਗਈ ਸੀ। ਉਹ ਸਿਰਫ ਇੱਕ ਕਾਗਜ਼ ਦਾ ਟੁਕੜਾ ਰਹਿ ਗਿਆ ਸੀ, ਕਿਉਂਕਿ ਉਹ ਸੰਕੇਤਕ ਮੁਦਰਾ ਉਸਦੀ ਐਕਚੁਅਲ ਵੈਲਿਊ ਉਨੀ ਨਹੀਂ ਹੁੰਦੀ ਜਿੰਨੀ ਦਾ ਉਹ ਮੰਨਿਆ ਜਾਂਦਾ ਹੈ, ਕਿਉਂਕਿ ਸਰਕਾਰ ਉਸ ਨੂੰ ਮਾਨਤਾ ਦਿੰਦੀ ਹੈ। ਇਸ ਤੋਂ ਇਲਾਵਾ ਕੁਛ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜੀ ਇਸ ਨੇ ਤਾਂਬੇ ਦੇ ਸਿੱਕਿਆਂ ਨੂੰ ਮਾਨਤਾ ਦੇ ਦਿੱਤੀ, ਉਸ ਨੂੰ ਸਿੱਕਿਆਂ ਦੇ ਰੂਪ ਵਿੱਚ ਕਰੰਸੀ ਦੇ ਰੂਪ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ। ਇਹ ਸਿੱਕੇ ਕਿਹੜੇ ਸੀ ਜੀ, ਇਹਨਾਂ ਨੂੰ ਤੁਸੀਂ ਉੱਪਰ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ। ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਸਨੇ ਸੰਕੇਤਕ ਮੁਦਰਾ ਕਿਉਂ ਚਲਾਈ, ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਸੋਨੇ ਅਤੇ ਚਾਂਦੀ ਦੇ ਜੋ ਉਸ ਦੇ ਕੋਲ ਖਜ਼ਾਨਾ ਸੀ ਉਹ ਘਟ ਰਿਹਾ ਸੀ। ਉਹ ਕਿਉਂ ਘਟ ਰਿਹਾ ਸੀ? ਕਿਉਂਕਿ ਜੋ ਉਸ ਤੋਂ ਪਹਿਲਾਂ ਜੀ ਸਿੱਕੇ ਚਲਾਏ ਜਾਂਦੇ ਸੀ ਉਹ ਸੋਨੇ ਅਤੇ ਚਾਂਦੀ ਦੇ ਬਣੇ ਹੁੰਦੇ ਸੀ। ਆਪਣੇ ਭੰਡਾਰ ਨੂੰ ਬਚਾਉਣ ਲਈ ਜੀ ਉਸਨੇ ਤਾਂਬੇ ਦੇ ਸਿੱਕੇ ਚਲਾ ਦਿੱਤੇ, ਜੋ ਕਿ ਇੱਕ ਜੀ ਬਹੁਤ ਹੀ ਜ਼ਿਆਦਾ ਵਧੀਆ ਯੋਜਨਾ ਸੀ ਉਸ ਸਮੇਂ ਦੇ ਹਿਸਾਬ ਨਾਲ। ਪਰ ਇੱਥੇ ਗਲਤੀ ਕਿਉਂ ਹੋਈ ਜੀ ਕਿ ਜੋ ਇਹ ਸਿੱਕੇ ਬਣਾਉਣ ਦਾ ਕੰਮ ਸੀ, ਜਿਸ ਤਰ੍ਹਾਂ ਹੁਣ ਇਹ ਸਰਕਾਰ ਦੇ ਦੁਆਰਾ ਬਣਾਏ ਜਾਂਦੇ, RBI ਦੇ ਦੁਆਰਾ ਬਣਾਏ ਜਾਂਦੇ ਆ, ਉਹਨਾਂ ਦਾ ਪੂਰਨ ਕੰਟਰੋਲ ਹੁੰਦਾ। ਪਰ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਸ ਦੇ ਸਮੇਂ ਪੂਰਨ ਇਸ ਦੇ ਸਿੱਕਿਆਂ ਦੇ ਨਿਰਮਾਣ ਦੇ ਉੱਪਰ ਕੰਟਰੋਲ ਨਹੀਂ ਸੀ, ਜਿਸ ਕਰਕੇ ਜੋ ਲੋਕਾਂ ਨੇ ਜੀ ਨਕਲੀ ਸਿੱਕੇ ਬਣਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਜੋ ਨਕਲੀ ਸਿੱਕੇ ਜਦੋਂ ਬਾਜ਼ਾਰ ਦੇ ਵਿੱਚ ਆਏ ਤਾਂ ਅਰਥ ਵਿਵਸਥਾ ਠੱਪ ਹੋ ਗਈ, ਕਿਉਂਕਿ ਜੋ ਹਰ ਕਿਸੇ ਕੋਲੇ ਬਹੁਤ ਜ਼ਿਆਦਾ ਸਿੱਕੇ ਵੱਧ ਗਏ ਸੀ ਜੀ, ਅਤੇ ਜਿਸ ਕਰਕੇ ਜੋ ਕੀਮਤਾਂ ਸੀ ਬਾਜ਼ਾਰ ਦੇ ਵਿੱਚ ਸਭ ਵਸਤੂਆਂ ਦੀਆਂ ਉਹ ਬਹੁਤ ਜ਼ਿਆਦਾ ਵਧਣ ਲੱਗ ਗਈਆਂ। ਇਸੇ ਕਰਕੇ ਜੀ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਜੋ ਸੁਲਤਾਨ ਸੀ ਉਸਨੇ ਜੀ ਜੋ ਇਹ ਸਿੱਕੇ ਸੀ ਤਾਂਬੇ ਦੇ ਉਹਨਾਂ ਨੂੰ ਦੁਬਾਰਾ ਤੋਂ ਬੰਦ ਕਰ ਦਿੱਤਾ ਅਤੇ ਉਹਨਾਂ ਨੂੰ ਜੀ ਵਾਪਸ ਲੈ ਕੇ ਲੋਕਾਂ ਨੂੰ ਸੋਨੇ ਅਤੇ ਚਾਂਦੀ ਦੇ ਸਿੱਕੇ ਦੇਣੇ ਸ਼ੁਰੂ ਕਰ ਦਿੱਤੇ। ਇਸ ਪ੍ਰਕਾਰ ਜੋ ਸੋਨਾ ਅਤੇ ਚਾਂਦੀ ਜੀ ਇਹਨਾਂ ਦੇ ਖਜ਼ਾਨੇ ਦੇ ਵਿੱਚ ਪਹਿਲਾਂ ਵਾਪਸ ਆਇਆ ਸੀ ਤਾਂਬੇ ਦੇ ਸਿੱਕੇ ਦੇਣ ਨਾਲ, ਉਹ ਹੁਣ ਤਾਂਬੇ ਦੇ ਸਿੱਕੇ ਵਾਪਸ ਲੈਣ ਨਾਲ ਜੀ ਦੁਬਾਰਾ ਤੋਂ ਫੇਰ ਲੋਕਾਂ ਦੇ ਕੋਲ ਚਲਾ ਗਿਆ ਅਤੇ ਜੋ ਉਸ ਦਾ ਖਜ਼ਾਨਾ ਸੀ ਜੀ ਉਹ ਫਿਰ ਤੋਂ ਖਾਲੀ ਹੋ ਗਿਆ। ਪਰ ਇੱਥੇ ਇੱਕ ਇੰਟਰਸਟਿੰਗ ਗੱਲ ਇਹ ਸੀ ਜੀ ਕਿ ਉਸ ਸਮੇਂ ਜੋ ਨਕਲੀ ਸਿੱਕੇ ਸੀ ਉਹਨਾਂ ਦੇ ਬਹੁਤ ਵੱਡੇ ਵੱਡੇ ਢੇਰ ਲੱਗ ਗਏ ਸੀ, ਕਿਉਂਕਿ ਜਿੰਨਾ ਪੈਸਾ ਇਹਨਾਂ ਨੇ ਤਾਂਬੇ ਦਾ ਬਣਾਇਆ ਨਹੀਂ ਸੀ ਉਸ ਤੋਂ ਕਈ 100 ਗੁਣਾ ਜ਼ਿਆਦਾ ਲੋਕਾਂ ਨੇ ਘਰ ਦੇ ਵਿੱਚ ਬਣਾ ਲਿਆ ਸੀ। ਪਰ ਇੱਥੇ ਜੀ ਇਹਨਾਂ ਨੇ ਨਕਲੀ ਸਿੱਕਿਆਂ ਦੇ ਬਦਲੇ ਕਿਸੇ ਨੂੰ ਵੀ ਕੋਈ ਵੀ ਸੋਨਾ ਜਾਂ ਚਾਂਦੀ ਨਹੀਂ ਦਿੱਤਾ ਸੀ। ਇੱਥੇ ਇਹਨਾਂ ਨੇ ਇਸ ਕਰਕੇ ਥੋੜ੍ਹਾ ਜਿਹਾ ਬਚ ਗਏ, ਨਹੀਂ ਤਾਂ ਬਹੁਤ ਬੁਰੀ ਹਾਲਤ ਹੋਣੀ ਸੀ ਜੀ ਇਸ ਸਮੇਂ ਇਹਨਾਂ ਦੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਚਲਾਈ ਗਈ ਚੌਥੀ ਯੋਜਨਾ ਬਾਰੇ, ਜਿਸ ਨੂੰ ਜੀ ਆਪਾਂ ਖੁਰਾਸਾਨ ਅਭਿਆਨ ਦੇ ਨਾਮ ਨਾਲ ਜਾਣਦੇ ਹਾਂ। ਖੁਰਾਸਾਨ ਵਿੱਚ ਮੁਹੰਮਦ ਬਿਨ ਤੁਗਲਕ ਦੇ ਸਮੇਂ ਜੀ ਆਂਤਰਿਕ ਯੁੱਧ ਦੇ ਹਾਲਾਤ ਸੀ। ਖੁਰਾਸਾਨ ਜੋ ਇੱਕ ਜਗ੍ਹਾ ਹੈ ਜੀ ਮੱਧ ਏਸ਼ੀਆ ਦੇ ਵਿੱਚ, ਜਦੋਂ ਮੁਹੰਮਦ ਬਿਨ ਤੁਗਲਕ ਦਾ ਰਾਜ ਚੱਲ ਰਿਹਾ ਸੀ ਤਾਂ ਉਸ ਸਮੇਂ ਜੋ ਖੁਰਾਸਾਨ ਹੈ ਜੀ ਇਸ ਦੇ ਵਿੱਚ ਆਂਤਰਿਕ ਯੁੱਧ ਚੱਲ ਰਹੇ ਸੀ, ਯਾਨੀ ਕਿ ਗੱਦੀ ਦੇ ਲਈ ਉੱਥੇ ਯੁੱਧ ਹੋ ਰਹੇ ਸੀ। ਅਤੇ ਇਸੇ ਸਮੇਂ ਦਾ ਜੋ ਫਾਇਦਾ ਚੱਕਣ ਦੀ
ਮੁਹੰਮਦ ਬਿਨ ਤੁਗਲਕ ਦੇ ਦੁਆਰਾ ਯੋਜਨਾ ਬਣਾਈ ਜਾਂਦੀ ਹੈ। ਉਹ ਸੋਚਦਾ ਹੈ ਜੀ ਕਿ ਆਪਾਂ ਖੁਰਾਸਾਨ ਦੇ ਉੱਪਰ ਹਮਲਾ ਕਰ ਦਿੰਦੇ ਹਾਂ ਅਤੇ ਖੁਰਾਸਾਨ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲੈਂਦੇ ਹਾਂ, ਉਸ ਨੂੰ ਜਿੱਤ ਲੈਂਦੇ ਹਾਂ। ਇਸੇ ਅਭਿਆਨ ਦੇ ਲਈ ਜੀ ਸੁਲਤਾਨ ਨੇ ਬਹੁਤ ਜ਼ਿਆਦਾ ਤਿਆਰੀ ਕੀਤੀ। ਉਸਨੇ ਲਗਭਗ ਜੀ 3,70,000 ਦੀ ਸੈਨਾ ਤਿਆਰ ਕੀਤੀ ਅਤੇ ਉਹਨਾਂ ਸਾਰੀ ਸੈਨਾ ਨੂੰ ਜੀ 1 ਸਾਲ ਦੇ ਲਈ ਐਡਵਾਂਸ ਦੇ ਵਿੱਚ ਤਨਖਾਹ ਵੀ ਦੇ ਦਿੱਤੀ ਕਿ ਆਪਾਂ ਸਭ ਨੇ ਇਹ ਅਭਿਆਨ ਦੇ ਉੱਪਰ ਜਾਣਾ ਹੈ। ਪਰ ਇਸ ਅਭਿਆਨ ਨੂੰ ਜੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਜੋ ਖੁਰਾਸਾਨ ਹੈ ਜੀ ਉੱਥੇ ਸ਼ਾਸਨ ਸਥਾਪਿਤ ਹੋ ਗਿਆ, ਉੱਥੇ ਸ਼ਾਂਤੀ ਸਥਾਪਿਤ ਹੋ ਗਈ, ਉੱਥੇ ਇੱਕ ਸ਼ਾਸਕ ਬਣ ਗਿਆ ਸੀ, ਜਿਸ ਕਰਕੇ ਜੀ ਇਹ ਅਭਿਆਨ ਦਾ ਜੋ ਸੁਪਨਾ ਸੀ ਉਹ ਸੁਪਨਾ ਹੀ ਰਹਿ ਗਿਆ। ਇਹ ਅਭਿਆਨ ਜੋ ਇਹ ਚੱਲਣ ਤੋਂ ਪਹਿਲਾਂ ਹੀ ਅਸਫਲ ਹੋ ਗਿਆ। ਇਸ ਪ੍ਰਕਾਰ ਜੀ ਇਹ ਅਭਿਆਨ ਵੀ ਅਸਫਲ ਰਿਹਾ, ਇਹ ਸ਼ੁਰੂ ਵੀ ਨਹੀਂ ਹੋ ਸਕਿਆ ਅਤੇ ਇਸ ਤੋਂ ਇਲਾਵਾ ਜੋ ਸੁਲਤਾਨ ਦਾ ਖਜ਼ਾਨਾ ਸੀ ਉਹ ਵੀ ਖਾਲੀ ਹੋ ਗਿਆ। ਇਸ ਪ੍ਰਕਾਰ ਜੀ ਇਹ ਯੋਜਨਾ ਵੀ ਬਹੁਤ ਵਧੀਆ ਹੁੰਦੇ ਹੋਏ ਚੱਲਣ ਤੋਂ ਪਹਿਲਾਂ ਹੀ ਅਸਫਲ ਹੋ ਗਈ। ਜ਼ਿਆਦਾਤਰ ਯੋਜਨਾਵਾਂ ਦੇ ਵਿੱਚ ਜੀ ਇਸ ਦਾ ਜੋ ਕਿਸਮਤ ਹੈ, ਇਸ ਦਾ ਜੋ ਲੱਕ ਹੈ ਜੀ, ਉਸ ਨੇ ਇਸ ਦਾ ਸਾਥ ਨਹੀਂ ਦਿੱਤਾ। ਹੁਣ ਆਪਾਂ ਜਾਣਦੇ ਹਾਂ ਜੀ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਚਲਾਈ ਗਈ 5ਵੀਂ ਅਤੇ ਲਾਸਟ ਯੋਜਨਾ ਬਾਰੇ, ਜਿਸ ਨੂੰ ਆਪਾਂ ਕਰਾਚੀ ਅਭਿਆਨ ਦੇ ਨਾਮ ਨਾਲ ਜਾਣਦੇ ਹਾਂ। ਇਸ ਅਭਿਆਨ ਦੇ ਤਹਿਤ ਜੀ ਮੁਹੰਮਦ ਬਿਨ ਤੁਗਲਕ ਨੇ ਆਪਣੇ ਸੈਨਾਪਤੀ, ਜਿਸ ਦਾ ਨਾਮ ਸੀ ਖੁਸਰੋ ਮਲਿਕ, ਉਸ ਦੇ ਨੇਤਰਿਤਵ ਦੇ ਵਿੱਚ ਜੀ ਇੱਕ ਵਿਸ਼ਾਲ ਸੈਨਾ ਕਰਾਚੀ ਦੇ ਵਿੱਚ ਪਹਾੜੀ ਸ਼ਾਸਕਾਂ ਨੂੰ ਹਰਾਉਣ ਦੇ ਲਈ ਭੇਜੀ। ਜੋ ਇਹ ਕਰਾਚੀ ਆ ਜੀ ਇੱਕ ਪਹਾੜੀ ਖੇਤਰ ਆ ਅਤੇ ਇੱਥੇ ਦੇ ਜੋ ਪਹਾੜੀ ਸ਼ਾਸਕ ਸੀ ਉਹਨਾਂ ਨੂੰ ਹਰਾਉਣ ਦੇ ਲਈ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਇੱਕ ਸੈਨਾ ਭੇਜੀ ਜਾਂਦੀ ਹੈ। ਪਰ ਇੱਥੇ ਗਲਤੀ ਕੀ ਹੁੰਦੀ ਹੈ ਜੀ ਕਿ ਜੋ ਮੁਹੰਮਦ ਬਿਨ ਤੁਗਲਕ ਦੀ ਸੈਨਾ ਹੈ ਉਹ ਪਹਾੜੀ ਖੇਤਰਾਂ ਨੂੰ ਜੀ ਵਧੀਆ ਢੰਗ ਨਾਲ ਨਹੀਂ ਸਮਝਦੀ, ਉੱਥੋਂ ਦੇ ਹਾਲਾਤਾਂ ਨੂੰ ਵਧੀਆ ਢੰਗ ਨਾਲ ਨਹੀਂ ਸਮਝਦੀ ਅਤੇ ਇਸ ਤੋਂ ਇਲਾਵਾ ਜੋ ਗੁਰੀਲਾ ਵਾਰ ਪੱਧਤੀ ਹੈ ਜੀ, ਜੋ ਗੁਰੀਲਾ ਵਾਰ ਇੱਕ ਨੀਤੀ ਹੈ ਜਿਸ ਦੀ ਵਰਤੋਂ ਕਰਦੇ ਆ ਜੀ ਪਹਾੜੀ ਸ਼ਾਸਕ ਅਤੇ ਉਹਨਾਂ ਦੀ ਸੈਨਾ, ਉਸ ਦੇ ਕਰਕੇ ਜੀ ਉਸ ਨੀਤੀ ਨੂੰ ਨਾ ਸਮਝਣ ਕਰਕੇ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਉਸ ਦੀ ਜੋ ਸੈਨਾ ਉਹ ਬੁਰੀ ਤਰ੍ਹਾਂ ਹਾਰ ਜਾਂਦੀ ਹੈ। ਇਬਨ ਬਤੂਤਾ ਦੇ ਦੁਆਰਾ ਇਸ ਲੜਾਈ ਦੇ ਬਾਰੇ ਇੱਕ ਗੱਲ ਕਹੀ ਗਈ ਹੈ ਕਿ ਇਸ ਯੁੱਧ ਤੋਂ ਬਾਅਦ ਕੇਵਲ 10 ਸੈਨਿਕ ਹੀ ਸੀ ਜੋ ਵਾਪਸ ਆ ਸਕੇ ਸੀ ਅਤੇ ਜੋ ਬਹੁਤ ਵਿਸ਼ਾਲ ਸੈਨਾ ਸੀ ਉਸਦੇ ਸਾਰੇ ਜੋ ਸੈਨਿਕ ਸੀ ਉਹ ਉੱਥੇ ਹੀ ਮਾਰੇ ਗਏ। ਇਸ ਤਰ੍ਹਾਂ ਇਹ ਯੋਜਨਾ ਜੀ ਬਾਕੀ ਯੋਜਨਾਵਾਂ ਦੀ ਤਰ੍ਹਾਂ ਹੀ ਬਹੁਤ ਬੁਰੀ ਤਰ੍ਹਾਂ ਅਸਫਲ ਰਹੀ ਸੀ ਅਤੇ ਮੁਹੰਮਦ ਬਿਨ ਤੁਗਲਕ ਦੇ ਦੁਆਰਾ ਚਲਾਈ ਗਈ ਇਹ 5th ਯੋਜਨਾ ਸੀ, ਜੋ ਲਾਸਟ ਯੋਜਨਾ ਸੀ, ਉਹ ਵੀ ਬੁਰੀ ਤਰ੍ਹਾਂ ਅਸਫਲ ਰਹੀ। ਇਸੇ ਕਰਕੇ ਹੀ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਇਸ ਨੂੰ ਅਸਫਲਤਾਵਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਹੁਣ ਆਪਾਂ ਜਾਣਦੇ ਹਾਂ ਜੀ ਕਿ ਮੁਹੰਮਦ ਬਿਨ ਤੁਗਲਕ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਆਪਣੇ ਸ਼ਾਸਨ ਕਾਲ ਦੇ ਅੰਤਮ ਸਮੇਂ ਮੁਹੰਮਦ ਬਿਨ ਤੁਗਲਕ ਗੁਜਰਾਤ ਦੇ ਵਿੱਚ ਜੀ ਵਿਦਰੋਹ ਨੂੰ ਦਬਾ ਕੇ ਆ ਰਿਹਾ ਸੀ। ਜਦੋਂ ਉਹ ਸਿੰਧ ਵੱਲ ਵਧ ਰਿਹਾ ਸੀ ਤਾਂ ਥੱਟਾ ਨਾਮਕ ਇੱਕ ਜਗ੍ਹਾ ਸੀ ਜਿੱਥੇ ਹੀ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਅਤੇ ਬਿਮਾਰੀ ਕਾਰਨ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਉਸ ਦੀ ਮੌਤ ਹੋ ਜਾਂਦੀ ਹੈ। ਮੁਹੰਮਦ ਬਿਨ ਤੁਗਲਕ ਦੀ ਮੌਤ 20 ਮਾਰਚ 1351 ਈਸਵੀ ਨੂੰ ਹੋਈ ਸੀ। ਉਸ ਦੀ ਮੌਤ ਸਮੇਂ ਜੀ ਇੱਕ ਬਦੋਇਨੀ ਨਾਮ ਦਾ ਇੱਕ ਜੋ ਇਤਿਹਾਸਕਾਰ ਆ ਉਹ ਇੱਕ ਗੱਲ ਲਿਖਦਾ ਹੈ। ਉਹ ਕੀ ਸੀ ਜੀ, ਉਸ ਨੂੰ ਜਾਣ ਲੈਂਦੇ ਆ। ਉਸ ਨੇ ਲਿਖਿਆ ਕਿ ਅੱਜ ਸੁਲਤਾਨ ਨੂੰ ਲੋਕਾਂ ਤੋਂ ਅਤੇ ਲੋਕਾਂ ਨੂੰ ਸੁਲਤਾਨ ਦੇ ਕੋਲੋਂ ਛੁਟਕਾਰਾ ਮਿਲ ਗਿਆ ਹੈ। ਇਸ ਦਾ ਮਤਲਬ ਕੀ ਹੈ ਜੀ, ਇਹ ਸਮਝ ਲੈਂਦੇ ਆ ਕਿਉਂਕਿ ਜੋ ਮੁਹੰਮਦ ਬਿਨ ਤੁਗਲਕ ਹੈ ਜੀ ਉਸ ਦੀਆਂ ਜੋ ਯੋਜਨਾਵਾਂ ਉਸ ਤੋਂ ਲੋਕ ਬਹੁਤ ਜ਼ਿਆਦਾ ਤੰਗ ਆਏ ਗਏ ਸੀ। ਇਸ ਕਰਕੇ ਲੋਕਾਂ ਨੂੰ ਸੁਲਤਾਨ ਦੇ ਕੋਲੋਂ ਛੁਟਕਾਰਾ ਮਿਲ ਗਿਆ ਅਤੇ ਸੁਲਤਾਨ ਆਪਣੀਆਂ ਯੋਜਨਾਵਾਂ ਦੇ ਅਸਫਲ ਹੋਣ ਕਰਕੇ ਲੋਕਾਂ ਤੋਂ ਤੰਗ ਸੀ। ਇਸ ਕਰਕੇ ਜੋ ਸੁਲਤਾਨ ਆ ਉਸ ਨੂੰ ਵੀ ਲੋਕਾਂ ਤੋਂ ਛੁਟਕਾਰਾ ਮਿਲ ਗਿਆ ਸੀ। ਇਸ ਤਰ੍ਹਾਂ ਜੀ ਦੋਨਾਂ ਨੂੰ ਇੱਕ ਦੂਸਰੇ ਤੋਂ ਛੁਟਕਾਰਾ ਮਿਲ ਗਿਆ। ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਇਬਨ ਬਤੂਤਾ ਦਾ ਨਾਮ ਕਾਫੀ ਵਾਰੀ ਸੁਣ ਲਿਆ। ਇਹ ਕੌਣ ਸੀ, ਹੁਣ ਆਪਾਂ ਇਸ ਦੇ ਬਾਰੇ ਵੀ ਥੋੜ੍ਹਾ ਜਿਹਾ ਜਾਣ ਲੈਂਦੇ ਹਾਂ। ਜੋ ਇਬਨ ਬਤੂਤਾ ਹੈ ਜੀ ਮੋਰੱਕੋ ਦੇਸ਼ ਦਾ ਵਾਸੀ ਸੀ ਅਤੇ 1333 ਈਸਵੀ ਦੇ ਵਿੱਚ ਜੀ ਭਾਰਤ ਦੇ ਵਿੱਚ ਇੱਕ ਯਾਤਰੀ ਦੇ ਰੂਪ ਵਿੱਚ ਆਇਆ ਸੀ। ਇਸ ਨੇ ਜੀ ਇੱਕ ਰਹਿਲਾ ਨਾਮ ਦੀ ਪੁਸਤਕ ਲਿਖੀ ਆ ਜਿਸ ਦੇ ਵਿੱਚ ਜੀ ਇਸ ਨੇ ਉਸ ਸਮੇਂ ਦਾ ਜੋ ਭਾਰਤੀ ਇਤਿਹਾਸ ਸੀ ਉਸ ਦੀ ਜਾਣਕਾਰੀ ਦਰਜ ਕੀਤੀ ਹੈ। ਇਹ ਮੁਹੰਮਦ ਬਿਨ ਤੁਗਲਕ ਦੇ ਸਮੇਂ ਜੀ 1333 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ। ਮੁਹੰਮਦ ਬਿਨ ਤੁਗਲਕ ਦੇ ਸਮੇਂ ਜਦੋਂ ਭਾਰਤ ਦੇ ਵਿੱਚ ਆਇਆ ਤੇ ਇਸ ਨੂੰ ਜੀ ਦਿੱਲੀ ਦਾ ਕਾਜ਼ੀ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਬਾਅਦ ਜੀ 1342 ਈਸਵੀ ਦੇ ਵਿੱਚ ਇਸ ਨੂੰ ਚੀਨ ਦੇ ਵਿੱਚ ਭੇਜਿਆ ਗਿਆ ਸੀ ਭਾਰਤ ਦੇ ਰਾਜਦੂਤ ਦੇ ਰੂਪ ਵਿੱਚ, ਯਾਨੀ ਕਿ ਇਸ ਨੂੰ ਜੋ ਤੁਗਲਕ ਵੰਸ਼ ਆ ਉਸ ਦੇ ਰਾਜਦੂਤ ਦੇ ਰੂਪ ਦੇ ਵਿੱਚ ਚੀਨ ਦੇ ਵਿੱਚ ਭੇਜਿਆ ਗਿਆ। ਮੁਹੰਮਦ ਬਿਨ ਤੁਗਲਕ ਦੇ ਇਹ ਦਰਬਾਰ ਦੇ ਵਿੱਚ ਜੀ ਇੱਕ ਬਹੁਤ ਇਹ ਸ਼ਕਤੀਸ਼ਾਲੀ ਜਗ੍ਹਾ ਰੱਖਦਾ ਸੀ। ਇਸੇ ਲਈ ਜੀ ਇਸ ਦੇ ਦੁਆਰਾ ਜੋ ਰਚਨਾ ਕੀਤੀ ਗਈ ਹੈ ਉਸ ਦੇ ਵਿੱਚ ਆਪਾਂ ਨੂੰ ਬਹੁਤ ਹੀ ਜ਼ਿਆਦਾ ਇਤਿਹਾਸਿਕ ਜਾਣਕਾਰੀ ਮਿਲਦੀ ਹੈ ਅਤੇ ਉਸ ਨੂੰ ਬਹੁਤ ਹੀ ਪ੍ਰਮੁੱਖ ਪੁਸਤਕ ਮੰਨਿਆ ਜਾਂਦਾ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਫਿਰੋਜ਼ ਸ਼ਾਹ ਤੁਗਲਕ ਬਾਰੇ, ਜੋ ਤੁਗਲਕ ਵੰਸ਼ ਦਾ ਜੀ ਤੀਸਰਾ ਅਤੇ ਆਖਰੀ ਮੁੱਖ ਸ਼ਾਸਕ ਸੀ। ਜੋ ਫਿਰੋਜ਼ ਸ਼ਾਹ ਤੁਗਲਕ ਹੈ ਜੀ ਮੁਹੰਮਦ ਬਿਨ ਤੁਗਲਕ ਦੀ ਮੌਤ ਤੋਂ ਬਾਅਦ ਇਹ ਸ਼ਾਸਕ ਬਣਦਾ ਹੈ। ਜੋ ਫਿਰੋਜ਼ ਸ਼ਾਹ ਤੁਗਲਕ ਹੈ ਜੀ ਮੁਹੰਮਦ ਬਿਨ ਤੁਗਲਕ ਦੇ ਚਾਚੇ ਦਾ ਪੁੱਤਰ ਸੀ ਅਤੇ 1351 ਤੋਂ ਲੈ ਕੇ 1388 ਈਸਵੀ ਤੱਕ ਜੀ ਇਹ ਸ਼ਾਸਕ ਬਣਿਆ ਰਹਿੰਦਾ ਹੈ। ਫਿਰੋਜ਼ ਸ਼ਾਹ ਤੁਗਲਕ ਨੇ ਜੀ ਇਸਲਾਮ ਧਰਮ ਦੇ ਅਨੁਸਾਰ ਰਾਜ ਕੀਤਾ ਸੀ। ਜਿਵੇਂ ਕਿ ਆਪਾਂ ਪੜ੍ਹਿਆ ਜੀ ਕਿ ਜੋ ਮੁਹੰਮਦ ਬਿਨ ਤੁਗਲਕ ਆ ਉਸਨੇ ਸਾਰੇ ਧਰਮਾਂ ਨੂੰ ਇੱਕ ਬਰਾਬਰ ਮੰਨਿਆ ਅਤੇ ਉਸਨੇ ਇਸਲਾਮ ਦੇ ਅਨੁਸਾਰ ਰਾਜ ਨਹੀਂ ਕੀਤਾ ਸੀ, ਜਦੋਂ ਕਿ ਜੋ ਫਿਰੋਜ਼ ਸ਼ਾਹ ਤੁਗਲਕ ਸੀ ਜੀ ਇਸ ਨੇ ਇਸਲਾਮ ਦੇ ਅਨੁਸਾਰ ਹੀ ਰਾਜ ਕੀਤਾ। ਇਸ ਨੂੰ ਜੀ ਜੋ ਇਹ ਫਿਰੋਜ਼ ਸ਼ਾਹ ਤੁਗਲਕ ਹੈ ਇਸ ਨੂੰ ਦਿੱਲੀ ਸਲਤਨਤ ਕਾਲ ਦਾ ਇੱਕ ਕਲਿਆਣਕਾਰੀ ਸ਼ਾਸਕ ਕਿਹਾ ਜਾਂਦਾ ਹੈ।
ਇਸ ਦੇ ਕਲਿਆਣਕਾਰੀ ਕੰਮਾਂ ਕਰਕੇ ਹੀ ਜੀ ਇਸ ਨੂੰ ਸਲਤਨਤ ਕਾਲ ਦਾ ਦੂਜਾ ਅਕਬਰ ਵੀ ਕਿਹਾ ਜਾਂਦਾ ਹੈ। ਇਹ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਦੂਜਾ ਅਕਬਰ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਇਹ ਕਿਹਾ ਜਾਂਦਾ ਸੀ ਜੀ ਫਿਰੋਜ਼ ਸ਼ਾਹ ਤੁਗਲਕ ਨੂੰ ਉਸ ਦੇ ਕਲਿਆਣਕਾਰੀ ਕੰਮਾਂ ਕਰਕੇ। ਉਸਨੇ ਕਿਹੜੇ ਕਲਿਆਣਕਾਰੀ ਕੰਮ ਕੀਤੇ ਆ ਜੀ, ਇਹਨਾਂ ਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਹੁਣ ਗੱਲ ਕਰਦੇ ਹਾਂ ਜੀ ਫਿਰੋਜ਼ ਸ਼ਾਹ ਤੁਗਲਕ ਦੇ ਦੁਆਰਾ ਕੀਤੇ ਗਏ ਕੰਮਾਂ ਬਾਰੇ। ਫਿਰੋਜ਼ ਸ਼ਾਹ ਤੁਗਲਕ ਨੇ ਜੀ ਹਿੰਦੂਆਂ ਦੇ ਉੱਤੇ ਜਿੰਮੀ ਅਤੇ ਜਜ਼ੀਆ ਨਾਮ ਦੇ 2 ਕਰ ਲਗਾਏ ਸੀ ਅਤੇ ਇਹ ਕਰ ਲਗਾਉਣ ਵਾਲਾ ਇਹ ਪਹਿਲਾ ਸ਼ਾਸਕ ਸੀ। ਉਸਨੇ ਜੀ ਹਿੰਦੂਆਂ ਦੇ ਬਹੁਤ ਸਾਰੇ ਮੰਦਰ ਵੀ ਤੁੜਵਾ ਦਿੱਤੇ। ਪਹਿਲਾਂ ਤਾਂ ਆਪਾਂ ਕਲਿਆਣਕਾਰੀ ਕੰਮਾਂ ਦੀ ਗੱਲ ਕਰ ਰਹੇ ਸੀ, ਪਰ ਇਹ ਪਹਿਲਾਂ ਬੁਰੇ ਕੰਮ ਆ ਗਏ ਜੀ। ਆਪਾਂ ਬੁਰੇ ਕੰਮਾਂ ਨੂੰ ਜਾਣ ਲੈਂਦੇ ਹਾਂ, ਅਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਕਲਿਆਣਕਾਰੀ ਕੰਮਾਂ ਦੀ, ਯਾਨੀ ਕਿ ਭਲਾਈ ਦੇ ਕੰਮ ਕਿਹੜੇ ਕੀਤੇ ਸੀ। ਫਿਰੋਜ਼ ਸ਼ਾਹ ਤੁਗਲਕ ਨੇ ਜੀ ਲਗਭਗ 24 ਪ੍ਰਕਾਰ ਦੇ ਜੋ ਕਰ ਸੀ, ਜੋ ਟੈਕਸ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਅਤੇ ਕੇਵਲ ਜੀ 4 ਪ੍ਰਕਾਰ ਦੇ ਕਰ ਲਗਾਏ। ਇਹ ਕਰ ਕਿਹੜੇ ਸੀ, ਇਹਨਾਂ ਨੂੰ ਜਾਣ ਲੈਂਦੇ ਹਾਂ। ਪਹਿਲਾ ਸੀ ਜੀ ਖਮਸ। ਇਹ ਸੀ ਜੀ ਜੰਗ ਦੇ ਵਿੱਚ ਲੁੱਟੇ ਹੋਏ ਮਾਲ ਦੇ ਉੱਪਰ ਕਰ। ਇਹ ਜੰਗ ਦੇ ਵਿੱਚ ਜੋ ਸੈਨਿਕਾਂ ਦੇ ਦੁਆਰਾ ਮਾਲ ਲੁੱਟਿਆ ਜਾਂਦਾ ਸੀ ਜੀ, ਉਸ ਦੇ ਉੱਪਰ ਕੁਝ ਕਰ ਲਗਾਇਆ ਜਾਂਦਾ ਸੀ। ਇਹ ਹੁੰਦਾ ਸੀ ਜੀ ਆਮ ਕਰਕੇ 1/10 ਜਾਂ 1/11ਵਾਂ ਹਿੱਸਾ ਜੋ ਰਾਜੇ ਨੂੰ ਦੇਣਾ ਹੁੰਦਾ ਸੀ। ਇਸ ਨੂੰ ਕਿਹਾ ਜਾਂਦਾ ਸੀ ਜੀ ਖਮਸ। ਦੂਸਰਾ ਸੀ ਜੀ ਖਰਾਜ, ਜਿਸ ਨੂੰ ਆਪਾਂ ਆਸਾਨ ਭਾਸ਼ਾ ਦੇ ਵਿੱਚ ਲਗਾਨ ਕਹਿ ਸਕਦੇ ਹਾਂ, ਜੋ ਖੇਤੀ ਦੇ ਉੱਪਰ ਲਗਾਇਆ ਜਾਂਦਾ ਸੀ। ਇਹ ਵੀ 1/10 ਜਾਂ 1/11ਵਾਂ ਹਿੱਸਾ ਹੁੰਦਾ ਸੀ। ਤੀਸਰਾ ਜੋ ਕਰ ਸੀ ਜੀ, ਇਹ ਸੀ ਜਜ਼ੀਆ ਕਰ, ਜੋ ਹਿੰਦੂਆਂ ਦੇ ਉੱਤੇ ਲਗਾਇਆ ਜਾਂਦਾ ਸੀ, ਜੇ ਹਿੰਦੂਆਂ ਤੋਂ ਇੱਕ ਧਾਰਮਿਕ ਕਰ ਲਿਆ ਜਾਂਦਾ ਸੀ। ਅਤੇ ਤੀਸਰਾ ਸੀ ਜੀ ਜ਼ਕਾਤ, ਜੋ ਮੁਸਲਮਾਨਾਂ ਦੇ ਉੱਪਰ ਲਗਾਇਆ ਜਾਣ ਵਾਲਾ ਕਰ ਸੀ। ਜ਼ਕਾਤ ਨੂੰ ਆਪਾਂ ਜੀ ਮੁਸਲਮਾਨਾਂ ਦਾ ਦਸਵੰਧ ਕਹਿ ਸਕਦੇ ਹਾਂ, ਪਰ ਇਹ ਦੇਣਾ ਕੰਪਲਸਰੀ ਹੁੰਦਾ ਸੀ। ਇਹ 4 ਪ੍ਰਕਾਰ ਦੇ ਕਰ ਆ ਜੋ ਇਸ ਫਿਰੋਜ਼ ਸ਼ਾਹ ਤੁਗਲਕ ਦੇ ਦੁਆਰਾ ਲਗਾਏ ਗਏ ਸੀ, ਅਤੇ ਬਾਕੀ 24 ਪ੍ਰਕਾਰ ਦੇ ਕਰਾਂ ਨੂੰ ਖਤਮ ਕਰ ਦਿੱਤਾ ਗਿਆ ਸੀ। ਇਹ ਪਹਿਲਾ ਕਲਿਆਣਕਾਰੀ ਕੰਮ ਸੀ। ਬਾਕੀ ਅੱਗੇ ਵੇਖਦੇ ਹਾਂ ਜੀ। ਫਿਰੋਜ਼ ਸ਼ਾਹ ਤੁਗਲਕ ਨੇ ਜੀ ਦਾਸਾਂ ਦੇ ਰੱਖ ਰਖਾਵ ਲਈ, ਉਹਨਾਂ ਦੀ ਸਾਂਭ ਸੰਭਾਲ ਦੇ ਲਈ ਇੱਕ ਵਿਭਾਗ ਬਣਾਇਆ, ਜਿਸ ਨੂੰ ਕਿਹਾ ਜਾਂਦਾ ਸੀ ਜੀ ਦੀਵਾਨੇ ਬੰਦਗਾਨਾ। ਇਸ ਨਾਮ ਦਾ ਇੱਕ ਵਿਭਾਗ ਬਣਾਇਆ ਗਿਆ ਸੀ। ਅਤੇ ਜੋ ਫਿਰੋਜ਼ ਸ਼ਾਹ ਤੁਗਲਕ ਹੈ ਜੀ, ਇਸ ਦੇ ਸਮੇਂ ਹੀ ਸਭ ਤੋਂ ਜ਼ਿਆਦਾ ਦਾਸ ਰੱਖੇ ਗਏ ਸੀ। ਸਭ ਤੋਂ ਵੱਧ ਦਾਸ ਰੱਖਣ ਵਾਲਾ ਇਹ ਸ਼ਾਸਕ ਸੀ। ਇਸ ਦੇ ਸਮੇਂ ਜੀ ਲਗਭਗ 1,80,000 ਦਾਸ ਰੱਖੇ ਜਾਂਦੇ ਸੀ। ਦੂਸਰਾ ਕੰਮ ਇਸ ਨੇ ਕੀਤਾ ਜੀ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਆਰਥਿਕ ਸਹਾਇਤਾ ਲਈ, ਉਹਨਾਂ ਦੀ ਧਨ ਨਾਲ ਸਹਾਇਤਾ ਕਰਨ ਲਈ ਇੱਕ ਵਿਭਾਗ ਬਣਾਇਆ, ਜਿਸ ਨੂੰ ਕਿਹਾ ਜਾਂਦਾ ਹੈ ਜੀ ਦੀਵਾਨੇ ਖੈਰਾਤ। ਇਸ ਨਾਮ ਦਾ ਵਿਭਾਗ ਬਣਾਇਆ। ਇਹ ਨਾਵਾਂ ਨੂੰ ਜ਼ਰੂਰ ਯਾਦ ਰੱਖਣਾ ਜੀ। ਖੈਰਾਤ ਦਾ ਦੇਣਾ ਮੀਨਜ਼ ਕਿ ਆਪਾਂ ਕਹਿ ਸਕਦੇ ਹਾਂ ਦਾਨ ਦੇਣਾ। ਇੱਥੋਂ ਹੋ ਗਿਆ ਜਿਹੜਾ ਆਰਥਿਕ ਸਹਾਇਤਾ ਦਿੰਦਾ ਸੀ, ਅਤੇ ਬੰਦਗਾਨਾ ਦਾ ਨਾਮ ਉਸ ਤੋਂ ਤੁਸੀਂ ਮਤਲਬ ਲਾ ਲੈਣਾ ਕਿ ਬੰਦਿਸ਼ ਦੇ ਵਿੱਚ ਰਹਿਣ ਵਾਲੇ, ਯਾਨੀ ਕਿ ਦਾਸ, ਉਹਨਾਂ ਦੇ ਲਈ ਜੋ ਵਿਭਾਗ ਬਣਾਇਆ ਗਿਆ ਸੀ ਉਹ ਦੀਵਾਨੇ ਬੰਦਗਾਨ ਸੀ। ਇਸ ਤੋਂ ਇਲਾਵਾ ਜੀ ਉਸਨੇ ਮੁਫਤ ਇਲਾਜ ਦੇ ਲਈ ਫਿਰੋਜ਼ ਸ਼ਾਹ ਦੁਆਰਾ ਇੱਕ ਸਰਕਾਰੀ ਹਸਪੀਟਲ ਦਾ ਨਿਰਮਾਣ ਕਰਵਾਇਆ ਗਿਆ, ਜਿਸ ਨੂੰ ਦਾਰੁਲ ਸਫਾ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਜੀ ਉਸਨੇ 300 ਨਵੇਂ ਨਗਰ ਵੀ ਬਣਵਾਏ, ਕਈ ਨਹਿਰਾਂ ਅਤੇ ਖੂਹਾਂ ਦਾ ਨਿਰਮਾਣ ਵੀ ਕਰਵਾਇਆ। ਨਹਿਰਾਂ ਤੋਂ ਸਿੰਚਾਈ ਕਰਨ ਦੇ ਲਈ ਇਸ ਨੇ ਜੀ ਇੱਕ ਟੈਕਸ ਲਿਆ, ਜਿਸ ਨੂੰ ਕਿਹਾ ਜਾਂਦਾ ਸੀ ਹਾਕੇ ਸਰਵੇ। ਇਸ ਨਾਮ ਦਾ ਇਸ ਨੇ ਇੱਕ ਟੈਕਸ ਲਗਾਇਆ ਜੀ, ਜੋ ਲੋਕ ਇਸ ਦੀਆਂ ਨਹਿਰਾਂ ਤੋਂ ਪਾਣੀ ਲੈ ਕੇ ਸਿੰਚਾਈ ਕਰਦੇ ਸੀ। ਫਿਰੋਜ਼ ਸ਼ਾਹ ਤੁਗਲਕ ਦੇ ਦੁਆਰਾ ਜੀ 1200 ਨਵੇਂ ਬਾਗ ਲਗਾਏ ਗਏ, ਅਤੇ ਇਸ ਤੋਂ ਇਲਾਵਾ ਜੀ ਉਸਨੇ ਖੇਤੀ ਦੇ ਵਿੱਚ ਸੁਧਾਰ ਲਈ ਖੋਜ ਸੰਸਥਾਨ ਬਣਵਾਇਆ, ਯਾਨੀ ਕਿ ਉਸਨੇ ਰਿਸਰਚ ਐਂਡ ਡਿਵੈਲਪਮੈਂਟ ਲਈ ਇੱਕ ਸੰਸਥਾਨ ਬਣਵਾਇਆ, ਤਾਂ ਕਿ ਖੇਤੀ ਦੇ ਵਿੱਚ ਫਸਲਾਂ ਦੀ ਜੋ ਕਹਿ ਸਕਦੇ ਹਾਂ ਆਪਾਂ ਕਿਸਮ, ਉਸ ਨੂੰ ਹੋਰ ਵੀ ਜ਼ਿਆਦਾ ਸੁਧਾਰਿਆ ਜਾਵੇ। ਇਹ ਸਾਰੇ ਕਲਿਆਣਕਾਰੀ ਕੰਮ ਸੀ ਜੋ ਫਿਰੋਜ਼ ਸ਼ਾਹ ਤੁਗਲਕ ਦੁਆਰਾ ਕੀਤੇ ਗਏ ਆ ਜੀ, ਅਤੇ ਇਹਨਾਂ ਕੰਮਾਂ ਕਰਕੇ ਹੀ ਇਸ ਨੂੰ ਸਲਤਨਤ ਕਾਲ ਦਾ ਅਕਬਰ ਜਾਂ ਇੱਕ ਕਲਿਆਣਕਾਰੀ ਸ਼ਾਸਕ ਕਿਹਾ ਜਾਂਦਾ ਹੈ। ਕਲਿਆਣਕਾਰੀ ਕੰਮਾਂ ਤੋਂ ਬਾਅਦ ਹੁਣ ਆਪਾਂ ਫਿਰੋਜ਼ ਸ਼ਾਹ ਤੁਗਲਕ ਬਾਰੇ ਕੁਝ ਹੋਰ ਪੁਆਇੰਟ ਵੀ ਜਾਣ ਲੈਂਦੇ ਹਾਂ। ਜੋ ਫਿਰੋਜ਼ ਸ਼ਾਹ ਤੁਗਲਕ ਹੈ ਜੀ, ਇਹ ਇੱਕ ਵਿਦਵਾਨ ਸ਼ਾਸਕ ਸੀ। ਫਿਰੋਜ਼ ਸ਼ਾਹ ਤੁਗਲਕ ਦੇ ਦੁਆਰਾ ਜੀ ਆਪਣੀ ਇੱਕ ਆਤਮ ਕਥਾ ਵੀ ਲਿਖੀ ਗਈ ਹੈ, ਜਿਸ ਦਾ ਨਾਮ ਸੀ ਜੀ ਫਿਤਰਤ-ਏ ਫਿਰੋਜ਼ ਸ਼ਾਹੀ, ਯਾਨੀ ਕਿ ਪੰਜਾਬੀ ਦੇ ਵਿੱਚ ਜੇ ਕਹਾਂ ਤਾਂ ਫਿਤਰਤ-ਏ ਫਿਰੋਜ਼ ਸ਼ਾਹ ਦੀ ਇੱਕ ਟਾਈਟਲ ਦੇ ਨਾਮ ਦੀ ਇੱਕ ਪੁਸਤਕ ਲਿਖੀ ਗਈ ਸੀ, ਜੋ ਉਸ ਦੀ ਆਪਣੀ ਆਟੋਬਾਇਓਗ੍ਰਾਫੀ ਸੀ, ਜੋ ਉਸਨੇ ਆਪ ਹੀ ਲਿਖੀ ਸੀ। ਫਿਰੋਜ਼ ਸ਼ਾਹ ਦੀ ਮੌਤ ਹੋਈ ਹੈ ਜੀ 1388 ਈਸਵੀ ਦੇ ਵਿੱਚ, ਅਤੇ ਉਸ ਤੋਂ ਬਾਅਦ ਜੋ ਅਗਲੇ ਸ਼ਾਸਕ ਹੋਏ ਆ ਜੀ, ਕੋਈ ਵੀ ਇੰਨਾ ਯੋਗ ਸ਼ਾਸਕ ਨਹੀਂ ਸੀ। ਆਮ ਕਰਕੇ ਮੰਨਿਆ ਜਾਂਦਾ ਕਿ 1388 ਈਸਵੀ ਦੇ ਵਿੱਚ ਹੀ ਜੋ ਤੁਗਲਕ ਵੰਸ਼ ਹੈ, ਇਸ ਦਾ ਅੰਤ ਹੋ ਗਿਆ ਸੀ, ਇਸ ਦਾ ਪਤਨ ਹੋ ਗਿਆ ਸੀ। ਇਸ ਦੇ ਸਮੇਂ ਜੀ ਇੱਕ ਬਰਨੀ ਨਾਮ ਦਾ ਇਤਿਹਾਸਕਾਰ ਹੈ, ਉਸ ਦੀਆਂ ਵੀ ਕੁਝ ਰਚਨਾਵਾਂ ਜੀ, ਜਿਨ੍ਹਾਂ ਦੇ ਬਾਰੇ ਕਈ ਵਾਰ ਆਪਾਂ ਨੂੰ ਪ੍ਰਸ਼ਨ ਆ ਜਾਂਦੇ ਆ, ਉਹ ਵੀ ਆਪਾਂ ਜਾਣ ਲੈਂਦੇ ਹਾਂ ਕਿ ਕਿਹੜੀਆਂ-ਕਿਹੜੀਆਂ ਸੀ। ਉਸ ਦੇ ਵਿੱਚ ਪਹਿਲੀ ਸੀ ਜੀ ਤਾਰੀਖ-ਏ ਫਿਰੋਜ਼ ਸ਼ਾਹੀ, ਅਤੇ ਦੂਸਰੀ ਹੈ ਜੀ ਫਤਵਾ-ਏ ਜਹਾਦਾਰੀ। ਇਹ 2 ਪੁਸਤਕਾਂ ਸੀ ਜੋ ਬਰਨੀ ਦੇ ਦੁਆਰਾ ਲਿਖੀਆਂ ਗਈਆਂ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਤੁਗਲਕ ਵੰਸ਼ ਦੇ ਆਖਰੀ ਸ਼ਾਸਕ ਬਾਰੇ, ਜਿਸ ਦਾ ਨਾਮ ਸੀ ਜੀ ਨਸੀਰੁਦੀਨ ਮਹਿਮੂਦ ਤੁਗਲਕ। ਇਸ ਦਾ ਬਸ ਨਾਮ ਹੀ ਪੁੱਛਿਆ ਜਾਂਦਾ ਜੀ, ਇਸ ਤੋਂ ਬਾਅਦ ਇਸ ਦੇ ਬਾਰੇ ਆਪਾਂ ਨੂੰ ਕੁਝ ਵੀ ਨਹੀਂ ਪੁੱਛਿਆ ਜਾਂਦਾ। ਇਸ ਦੇ ਸ਼ਾਸਨ ਦਾ ਜੋ ਸਮਾਂ ਸੀ ਜੀ, ਉਹ 1388 ਤੋਂ ਲੈ ਕੇ 1414 ਈਸਵੀ ਤੱਕ ਦਾ ਆਪਾਂ ਮੰਨ ਲੈਂਦੇ ਹਾਂ। 1398 ਈਸਵੀ ਦੇ ਵਿੱਚ ਜੀ ਤੈਮੂਰ ਨਾਮ ਦਾ ਇੱਕ ਸ਼ਾਸਕ ਸੀ, ਹਮਲਾਵਰ ਸ਼ਾਸਕ ਸੀ। ਉਸਨੇ ਭਾਰਤ ਦੇ ਉੱਪਰ ਹਮਲਾ ਕੀਤਾ, ਅਤੇ ਉਸ ਸਮੇਂ ਤੋਂ ਹੀ ਜੋ ਇਸ ਦਾ ਜੋ ਇਹ ਸ਼ਾਸਨ ਹੈ ਜੀ ਤੁਗਲਕ ਵੰਸ਼ ਦਾ, ਉਹ ਲਗਭਗ ਨਾਮਾਤਰ ਦਾ ਹੀ ਰਹਿ ਗਿਆ ਸੀ। ਬਹੁਤ ਥੋੜ੍ਹੇ ਖੇਤਰ ਦੇ ਉੱਤੇ ਜੋ ਮਹਿਮੂਦ ਤੁਗਲਕ ਹੈ ਜੀ, ਇਸ ਦਾ ਸ਼ਾਸਨ ਰਹਿ ਗਿਆ ਸੀ, ਅਤੇ 1414 ਈਸਵੀ ਦੇ ਵਿੱਚ ਇਸ ਦੀ ਮੌਤ ਹੋ ਜਾਣ ਦੇ ਨਾਲ ਜੀ ਇਹ ਸ਼ਾਸਨ ਵੀ ਖਤਮ ਹੋ ਗਿਆ, ਅਤੇ ਤੁਗਲਕ ਵੰਸ਼ ਦਾ ਅੰਤ ਹੋ ਗਿਆ।
ਇੱਥੇ ਹੀ ਆਪਣੀ ਅੱਜ ਦੀ ਵੀਡੀਓ ਇਹ ਸਮਾਪਤ ਹੁੰਦੀ ਹੈ ਜੀ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਤੇ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਤੇ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਵੀਡੀਓ ਦਾ ਫ੍ਰੀ ਆਫ ਕਾਸਟ PDF ਲੈਣ ਲਈ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਇਸ ਤੋਂ ਇਲਾਵਾ ਵੀਡੀਓ ਦੇ ਬਾਰੇ ਤੁਹਾਡੇ ਜੋ ਵੀ ਕਮੈਂਟ ਆ ਜੀ ਉਹ ਨੀਚੇ ਜ਼ਰੂਰ ਦੱਸ ਦੇਣਾ, ਜੋ ਵੀ ਤੁਹਾਡੇ ਵਿਚਾਰ ਆ ਉਹ ਤੁਸੀਂ ਜ਼ਰੂਰ ਪੇਸ਼ ਕਰਨਾ। ਤੇ ਜੇਕਰ ਤੁਸੀਂ ਮੈਨੂੰ ਜੇ ਇੰਸਟਾਗ੍ਰਾਮ ਤੇ ਫੋਲੋ ਕਰਨਾ ਚਾਹੋ ਤਾਂ ਉਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।